ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਸਰੂਪ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 24ਵੇਂ ਦਿਨ ਆਪਾਂ ਨੂੰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਉਪਦੇਸ਼ ਦੀ ਸਾਂਝ ਪਾਉਣ ਦਾ ਸਮਾਂ ਪ੍ਰਾਪਤ ਹੋਇਆ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜੀ ਹਰ ਹਰ ਜਨ ਦੁਇ ਏਕ ਹੈ। ਪਰਮਾਤਮਾ ਤੇ ਪਰਮਾਤਮਾ ਜੀ ਦੇ ਪਿਆਰੇ ਏਕ ਹੈ, ਇੱਕੋ ਹੀ ਨੇ, ਫਰਕ ਨਹੀਂ ਉਹਨਾਂ 'ਚ ਹੁੰਦਾ ਕੋਈ ਵੀ। ਬਿਬ ਵਿਚਾਰ ਕਛੁ ਨਾਹਿ ਜਲ ਤੇ ਉਪਜਤ ਰੰਗ, ਜਿਉਂ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਤੋਂ ਪਾਣੀ ਦੀਆਂ ਲਹਿਰਾਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ ਪਰ ਵੱਖਰੀਆਂ ਹੁੰਦੀਆਂ ਨਹੀਂ, ਇਸੇ ਤਰ੍ਹਾਂ ਜਿਹੜੇ ਸੰਤ ਜਨ ਹੁੰਦੇ ਆ ਉਹ ਪਰਮਾਤਮਾ ਤੋਂ ਵੱਖਰੇ ਨਹੀਂ ਹੁੰਦੇ, ਪਰਮਾਤਮਾ ਦਾ ਹੀ ਰੂਪ ਹੁੰਦਾ ਹੈ। ਸਾਧ ਰੂਪ ਆਪਣਾ ਤਨ ਧਾਰਿਆ, ਸੰਤਾਂ ਦੇ ਰੂਪ ਦੇ ਵਿੱਚ ਪਰਮਾਤਮਾ ਆਪਣਾ ਆਪ ਪ੍ਰਗਟ ਕਰਦਾ। ਸੋ ਐਸੇ ਮਹਾਨ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦਾ ਪਵਿੱਤਰ ਜੀਵਨ ਆਪ ਜੀ ਸਰਵਣ ਕਰ ਰਹੇ ਹੋ। ਸੰਤ ਜੀ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਹੋਏ ਸੀ। ਕੁਦਰਤੀ ਉਸ ਸਮੇਂ ਸੰਤ ਬਾਬਾ ਨਿਧਾਨ ਸਿੰਘ ਜੀ, ਜੋ ਕਿ ਬਹੁਤ ਮਹਾਨ ਮਹਾਂਪੁਰਖ, ਬੰਦਗੀ ਦੇ ਵਿੱਚ ਪੂਰੇ ਸੂਰੇ ਸਾਧੂ, ਔਰ ਜਿਨ੍ਹਾਂ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਪ੍ਰਤੱਖ ਪ੍ਰਗਟ ਹੋ ਕੇ ਵਚਨ ਦਿੱਤਾ, ਖੀਸਾ ਮੇਰਾ ਹੱਥ ਤੇਰਾ। ਬਾਬਾ ਨਿਧਾਨ ਸਿੰਘ ਜੀ ਆਪ ਸਰੀਰ ਕਰਕੇ ਉਦੋਂ ਹਾਜ਼ਰ ਸੀਗੇ ਤੇ ਬਾਬਾ ਨਿਧਾਨ ਸਿੰਘ ਜੀ ਦੇ ਸਰੀਰ ਨੂੰ ਕੋਈ ਐਸੀ ਵਿਆਧੀ ਆ ਗਈ, ਕੋਈ ਐਸਾ ਰੋਗ ਆ ਗਿਆ। ਹੁਣ ਇੱਥੇ ਇਹ ਵੀ ਵਿਚਾਰ ਕਰਨ ਯੋਗ ਹੈ ਵੀ ਕਈ ਸ਼ੰਕਾਵਾਦੀ ਸ਼ੰਕਾ ਕਰਦੇ ਨੇ, ਕਹਿੰਦੇ ਵੀ ਤੁਸੀਂ ਕਹੋ, ਕਹਿੰਦੇ ਵੀ ਨਾਮ ਜਪੋ, ਸਿਮਰਨ ਕਰੋ। ਵੀ ਸਿਮਰਨ ਕਰਨ ਵਾਲੇ ਸਾਧੂਆਂ ਨੂੰ ਦੁੱਖ ਕਿਉਂ ਆਉਂਦੇ ਆ? ਉਹਦੇ ਪਿੱਛੇ ਇੱਕ ਕਾਰਨ ਹੁੰਦਾ ਹੈ। ਇੱਕ ਤਾਂ ਦੁੱਖ ਹੁੰਦੇ ਆ ਸਾਧ ਸੰਗਤ ਜੀ ਆਪ ਦੇ ਕੀਤੇ ਹੋਏ ਕਰਮਾਂ ਦਾ ਫਲ। ਇੱਕ ਮਹਾਂਪੁਰਖਾਂ ਦੇ ਸਰੀਰਾਂ ਨੂੰ ਜਦ ਰੋਗ ਆਉਂਦੇ ਆ, ਉਹਦੇ ਪਿੱਛੇ ਕਾਰਨ ਇਹ ਹੁੰਦਾ ਹੈ ਵੀ ਮਹਾਂਪੁਰਖਾਂ ਕੋਲੇ ਕਿੰਨੀਆਂ ਦੁਖੀ ਸੰਗਤਾਂ ਆਉਂਦੀਆਂ ਨੇ, ਆ ਕੇ ਬੇਨਤੀਆਂ ਕਰਦੀਆਂ ਨੇ। ਮਹਾਂਪੁਰਖ ਹੁੰਦੇ ਨੇ ਦਿਆਲੂ, ਮਹਾਂਪੁਰਖ ਤਰਸ ਕਰ ਲੈਂਦੇ ਐ ਤੇ ਪਰਮਾਤਮਾ ਦੇ ਅੱਗੇ, ਵਾਹਿਗੁਰੂ ਦੇ ਅੱਗੇ ਉਹਨਾਂ ਦੀ ਤੰਦਰੁਸਤੀ, ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ ਤੇ ਉਹਨਾਂ ਦਾ ਜਿਹੜਾ ਕਰਮਾਂ ਦਾ ਭਾਰ ਹੁੰਦਾ ਹੈ ਉਹ ਮਹਾਂਪੁਰਖ ਆਪ ਚੱਕ ਲੈਂਦੇ ਆ। ਇਸ ਕਰਕੇ ਉਹਨਾਂ ਦੇ ਸਰੀਰ ਨੂੰ ਰੋਗ ਹੁੰਦੇ ਆ, ਉਹਨਾਂ ਦੇ ਸਰੀਰ ਨੂੰ ਤਕਲੀਫ ਹੋ ਜਾਂਦੀ ਹੈ। ਔਰ ਮਹਾਂਪੁਰਖਾਂ ਦਾ ਕੋਈ ਆਪ ਦਾ ਕਰਮ ਨਹੀਂ ਹੁੰਦਾ। ਮਹਾਰਾਜ ਤਾਂ ਬਾਣੀ 'ਚ ਕਹਿੰਦੇ ਨੇ ਜਿਹੜੇ ਸਿਮਰਨ ਕਰਨ ਵਾਲੇ ਹੁੰਦੇ ਨੇ, ਸਿਮਰਨ ਦੇ ਨਾਲ ਭਾਵੇਂ ਪਾਪਾਂ ਦਾ, ਕਰਮਾਂ ਦਾ ਕਿੱਡਾ ਵੱਡਾ ਢੇਰ ਲੱਗਿਆ ਹੋਇਆ ਹੋਵੇ, ਉਹ ਵੀ ਸੜ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਕੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ।
ਨਾਨਕ ਜੈਸੇ ਪਾਵ ਕਾਸ਼ਟ ਭਸਮ ਕ੍ਰੋਧ। ਲੱਕੜੀਆਂ ਦੇ ਵੱਡੇ ਸਾਰੇ ਢੇਰ ਨੂੰ ਜੇਕਰ ਸਾੜ ਕੇ ਸੁਆਹ ਕਰਨਾ ਹੋਵੇ ਤਾਂ ਜਿੰਨੇ ਮਣ ਲੱਕੜੀ ਪਈ ਹੋਵੇ ਉਨੇ ਮਣ ਅੱਗ ਨਹੀਂ ਚਾਹੀਦੀ ਹੁੰਦੀ। ਅੱਗ ਦੀ ਤਾਂ ਇੱਕ ਚੰਗਿਆੜੀ ਹੋਈ ਬਹੁਤ ਹੁੰਦੀ ਹੈ। ਦੁੱਖਾਂ ਦਾ, ਪਾਪਾਂ ਦਾ, ਕਰਮਾਂ ਦਾ ਅੰਬਾਰ ਲੱਗਿਆ ਹੋਇਆ ਹੋਵੇ, ਉਹਨੂੰ ਖਤਮ ਕਰਨ ਵਾਸਤੇ ਪਰਮੇਸ਼ਰ ਦਾ ਇੱਕ ਨਾਮ ਹੀ ਕਾਫੀ ਹੈ। ਤੋ ਸੰਤ ਜਨ ਮਹਾਂਪੁਰਖ ਤਾਂ ਸਵਾਸ ਸਵਾਸ ਨਾਮ ਜਪਦੇ ਹੈ, ਫਿਰ ਵੀ ਉਹਨਾਂ ਦੇ ਸਰੀਰਾਂ ਨੂੰ ਦੁੱਖ ਤਕਲੀਫ ਜੇ ਆਉਂਦਾ ਹੈ ਤਾਂ ਉਹਦਾ ਭਾਵ ਇਹ ਹੈ ਵੀ ਉਹਨਾਂ ਨੇ ਸੰਸਾਰ ਦੇ ਕਿਸੇ ਨਾ ਕਿਸੇ ਜੀਵ ਦਾ, ਜਗਿਆਸੂ ਦਾ ਕਰਮ ਭਾਗ ਆਪਣੇ ਸਿਰ ਲਿਆ ਹੋਇਆ ਹੈ। ਤੋ ਸੰਤ ਬਾਬਾ ਨਿਧਾਨ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਸਰੀਰ ਨੂੰ ਕੋਈ ਐਸੀ ਵਿਆਧੀ ਹੋ ਗਈ, ਬਹੁਤ ਸਰੀਰ ਢਿੱਲਾ ਸੀ ਉਹਨਾਂ ਦਾ, ਬੜੀਆਂ ਦਵਾਈਆਂ ਵੈਦਿਕ ਯੂਨਾਨੀ ਤਰੀਕੇ ਦੇ ਨਾਲ, ਹੋਮਿਓਪੈਥਿਕ ਤਰੀਕੇ ਦੇ ਨਾਲ, ਸਾਰੇ ਤਰ੍ਹਾਂ ਨਾਲ ਬੜੀਆਂ ਦਵਾਈਆਂ ਕੀਤੀਆਂ, ਪਰ ਦੁੱਖ ਦੀ ਨਿਵਰਤੀ ਨਾ ਹੋਈ। ਸਰੀਰ ਜ਼ਿਆਦਾ ਤੋਂ ਜ਼ਿਆਦਾ ਕਿਰਸ ਹੁੰਦਾ ਚੱਲੇ, ਸੰਤਾਂ ਦੀ ਖੁਰਾਕ ਵੀ ਬਹੁਤ ਘਟ ਗਈ, ਦਰਦ ਬਹੁਤ ਹੋਇਆ ਕਰੇ ਸਰੀਰ ਵਿੱਚ, ਨੀਂਦ ਵੀ ਨਾ ਆਇਆ ਕਰੇ। ਸੇਵਾਦਾਰ ਮਹਾਂਪੁਰਖਾਂ ਦੀ ਇਹ ਹਾਲਤ ਦੇਖ ਕੇ ਬਹੁਤ ਦੁਖੀ ਹੋਇਆ ਕਰ। ਸੰਤਾਂ ਦੇ ਉੱਤਰਾਧਿਕਾਰੀ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਤੋਂ ਦੇਖਿਆ ਨਾ ਜਾਇਆ ਕਰੇ, ਬੜੀਆਂ ਬੇਨਤੀਆਂ ਕਰਨ, ਪਰ ਸੰਤ ਬਾਬਾ ਨਿਧਾਨ ਸਿੰਘ ਜੀ ਪਰਮੇਸ਼ਰ ਦੇ ਭਾਣੇ ਔਰ ਹੁਕਮ ਦੇ ਵਿੱਚ ਆਪਣੀ ਆਨੰਦਮਈ ਅਵਸਥਾ ਵਿੱਚ ਬੈਠੇ ਸੀ। ਹੁਣ ਸੇਵਾਦਾਰਾਂ ਨੂੰ ਤਾਂ ਹੁੰਦਾ ਹੀ ਹੈ ਵੀ ਸਾਡੇ ਮਹਾਂਪੁਰਖਾਂ ਦਾ ਸਰੀਰ ਢਿੱਲਾ ਹੈ, ਕਿ ਉਹਨਾਂ ਨੂੰ ਤਾਂ ਕੋਈ ਨਾ ਕੋਈ ਯਤਨ ਕਰਦੇ ਹੀ ਰਹਿਣਾ ਹੁੰਦਾ ਹੈ। ਕਿ ਪ੍ਰੇਮ ਜੋ ਹੋਇਆ ਸੰਤਾਂ ਦੇ ਨਾਲ, ਸਾਧੂਆਂ ਦੇ ਨਾਲ, ਵੱਡਿਆਂ ਮਹਾਂਪੁਰਸ਼ਾਂ ਦੇ ਨਾਲ, ਤੋ ਹੁਣ ਕੁਦਰਤੀ ਉਹਨਾਂ ਦਿਨਾਂ ਦੇ ਵਿੱਚ ਸੰਤ ਜੀ ਮਹਾਰਾਜ ਹਰਖਵਾਲ ਵਾਲੇ ਉੱਥੇ ਗਏ ਹੋਏ ਸੀ। ਤੇ ਬਾਬਾ ਹਰਨਾਮ ਸਿੰਘ ਜੀ ਨੇ ਜਾ ਕੇ ਪ੍ਰੇਮ ਨਾਲ, ਸ਼ਰਧਾ ਨਾਲ ਬਾਬਾ ਜਵਾਲਾ ਸਿੰਘ ਜੀਆਂ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਵੀ ਤੁਸੀਂ ਬਾਬਾ ਜੀ ਦੇ ਕੋਲ ਆਓ ਚੱਲ ਕੇ, ਬਾਬਾ ਨਿਧਾਨ ਸਿੰਘ ਜੀ ਦੇ ਕੋਲ। ਸੰਤ ਬਾਬਾ ਜਵਾਲਾ ਸਿੰਘ ਜੀ ਬੜੇ ਪ੍ਰੇਮ ਦੇ ਨਾਲ ਬਾਬਾ ਨਿਧਾਨ ਸਿੰਘ ਜੀ ਦੇ ਪਾਸ ਚੱਲ ਕੇ ਆਏ, ਪਰ ਜੋ ਬਾਬਾ ਜਵਾਲਾ ਸਿੰਘ ਜੀ ਦਾ ਸੁਭਾਅ ਸੀ, ਪ੍ਰੇਮਮਈ ਸੁਭਾਅ, ਨਿਮਰਤਾ ਵਾਲਾ ਸੁਭਾਅ, ਉਹ ਹਰੇਕ ਸਾਧੂ ਸੰਤ ਮਹਾਤਮਾ ਨੂੰ ਨਮਸਕਾਰ ਕਰਿਆ ਕਰਦੇ ਸੀ, ਮੱਥਾ ਟੇਕਿਆ ਕਰਦੇ ਸੀ। ਤੇ ਬਾਬਾ ਜਵਾਲਾ ਸਿੰਘ ਜੀ ਨੇ ਤੇ ਬਾਬਾ ਜੀ ਦੇ ਨਾਲ ਜਿੰਨੇ ਸੇਵਾਦਾਰ ਸੀਗੇ, ਸਾਰਿਆਂ ਨੇ ਜਾ ਕੇ ਪਹਿਲਾਂ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਬਾਬਾ ਜੀ ਦੇ ਕੋਲ ਹੀ ਚਰਨਾਂ ਦੇ ਵਿੱਚ ਬੈਠ ਗਏ। ਬਾਬਾ ਨਿਧਾਨ ਸਿੰਘ ਜੀ ਪਲੰਘੇ ਤੇ ਬਿਰਾਜਮਾਨ ਸੀਗੇ, ਉੱਠਿਆ ਨਹੀਂ ਸੀ ਜਾਂਦਾ। ਬਾਬਾ ਜਵਾਲਾ ਸਿੰਘ ਜੀ ਭੁੰਜੇ ਬੈਠ ਗਏ, ਪਰ ਬਾਬਾ ਹਰਨਾਮ ਸਿੰਘ ਜੀ ਨੇ ਬਾਬਾ ਜੀ ਨੂੰ ਭੁੰਜੇ ਨਾ ਬੈਠਣ ਦਿੱਤਾ। ਬਾਬਾ ਜੀ ਦੇ ਕੋਲ ਬਾਬਾ ਜੀ ਲਈ ਪਲੰਘ ਲਾਇਆ। ਹੁਣ ਬਾਬਾ ਜੀ ਦੇ ਦੁੱਖ ਦੇ ਪ੍ਰਤੀ ਵਿਚਾਰ ਚੱਲ ਰਹੀ। ਤੇ ਸੰਤਾਂ ਨੂੰ ਬਾਬਾ ਹਰਨਾਮ ਸਿੰਘ ਜੀ ਕਹਿੰਦੇ, ਜੀ ਮਹਾਰਾਜ ਬਾਬਾ ਜੀ ਨੂੰ ਤਕਲੀਫ ਬਹੁਤ ਹੈ, ਪਰ ਉਹ ਸਾਨੂੰ ਕਹਿੰਦੇ ਨਹੀਂ, ਕੁਛ ਵੀ ਦੱਸਦੇ ਨਹੀਂ ਕਦੇ। ਸਾਨੂੰ ਪਤਾ ਹੈ ਜੀ ਇਹਨਾਂ ਨੂੰ ਤਕਲੀਫ ਬੜੀ ਹੈ। ਬਾਬਾ ਜੀ ਇਲਾਜ ਬੜੇ ਕਰਾਏ ਨੇ, ਕੋਈ ਡਾਕਟਰੀ ਇਲਾਜ ਨਹੀਂ ਛੱਡਿਆ, ਵੈਦਿਕ ਇਲਾਜ ਨਹੀਂ ਛੱਡਿਆ, ਹੋਮਿਓਪੈਥਿਕ ਤਰੀਕਿਆਂ ਦੇ ਨਾਲ ਵੀ ਯਤਨ ਕਰਕੇ ਦੇਖ ਲਿਆ, ਪਰ ਬਾਬਾ ਜੀ ਦੀ ਸਿਹਤ ਠੀਕ ਨਹੀਂ ਹੋ ਰਹੀ। ਤੇ ਡਾਕਟਰ ਲੋਕ ਕਹਿੰਦੇ ਨੇ ਇਹ ਅਸਾਧ ਰੋਗ ਹੈ, ਇਹ ਸਾਡੇ ਸਾਧਣ ਵਾਲਾ ਨਹੀਂ ਹੈ, ਅਸੀਂ ਨਹੀਂ ਸਾਧ ਸਕਦੇ, ਇਸ ਰੋਗ ਨੂੰ ਠੀਕ ਨਹੀਂ ਕਰ ਸਕਦੇ। ਤੇ ਜਿਸ ਵੇਲੇ ਇਹ ਵਿਚਾਰ ਚੱਲ ਰਹੀ ਸੀ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਹਿੰਦੇ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਕਹਿੰਦੇ ਮਹਾਂਪੁਰਸ਼ੋ, ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਵੀ ਨਾਮ ਦੀ ਦਵਾਈ ਦੇ ਨਾਲ ਇਹ ਰੋਗ ਹਟ ਸਕਦਾ ਹੈ। ਤੇ ਉਸ ਵੇਲੇ ਬਾਬਾ ਹਰਨਾਮ ਸਿੰਘ ਜੀ ਸੰਤਾਂ ਦੇ ਉੱਤਰਾਧਿਕਾਰੀ ਕਹਿਣ ਲੱਗੇ, ਮਹਾਂਪੁਰਸ਼ੋ ਹੁਕਮ ਕਰੋ, ਸਾਨੂੰ ਕੀ ਕਰਨਾ ਚਾਹੀਦਾ, ਤੁਸੀਂ ਸਾਡਾ ਮਾਰਗਦਰਸ਼ਨ ਕਰੋ।
ਤੇ ਸੰਤ ਮਹਾਰਾਜ ਕਹਿੰਦੇ ਵੀ ਆਪਾਂ ਅਖੰਡ ਪਾਠ ਸਾਹਿਬ ਕਰੀਏ ਬਾਬਾ ਜੀ ਦੀ ਤੰਦਰੁਸਤੀ ਲਈ। ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਮਹਾਂਪੁਰਸ਼ੋ ਤੁਹਾਡਾ ਬਚਨ ਸੱਤ ਹੈ, ਅਸੀਂ ਮੁੱਕਰ ਨਹੀਂ ਸਕਦੇ, ਅਸੀਂ ਮੋੜ ਨਹੀਂ ਸਕਦੇ, ਪਰ ਬਾਬਾ ਜੀ ਅਖੰਡ ਪਾਠ ਸਾਹਿਬ ਤਾਂ ਬਹੁਤ ਹੋ ਗਏ। ਅਖੰਡ ਪਾਠ ਸਾਹਿਬ ਤਾਂ ਕਈ ਕਰ ਹਟੇ, ਪਰ ਬਾਬਾ ਜੀ ਨੂੰ ਆਰਾਮ ਨਹੀਂ ਆਇਆ, ਤੰਦਰੁਸਤੀ ਨਹੀਂ ਮਿਲੀ। ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਤੁਸੀਂ ਫਿਕਰ ਨਾ ਕਰੋ, ਜਿਸ ਤਰੀਕੇ ਤੁਹਾਨੂੰ ਅਸੀਂ ਕਹਾਂਗੇ ਉਸ ਵਿਧੀ ਦੇ ਨਾਲ ਅਖੰਡ ਪਾਠ ਸਾਹਿਬ ਕੀਤਾ ਜਾਵੇ। ਜੋ ਪੁਰਾਤਨ ਮਰਜ਼ਾਦਾ ਚੱਲੀ ਆਉਂਦੀ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਮਹਾਰਾਜ ਨੇ ਬਣਾਈ ਸੀ ਕਿ ਜਿੰਨੇ ਪਾਠੀ ਸਿੰਘ ਸ੍ਰੀ ਅਖੰਡ ਪਾਠ ਸਾਹਿਬ ਤੇ ਸ੍ਰੀ ਜਪਜੀ ਸਾਹਿਬ ਦੇ ਅਖੰਡ ਜਾਪ ਤੇ ਬੈਠਣਾ, ਜਿਨ੍ਹਾਂ ਨੇ ਮੂਲ ਮੰਤਰ ਤੇ ਜਿਨ੍ਹਾਂ ਨੇ ਪਹਿਰਾ ਦੇਣਾ ਹੈ, ਧੂਫ ਦੀ ਡਿਊਟੀ ਲਾਉਣੀ ਹੈ, ਪਹਿਰੇਦਾਰੀ ਕਰਨੀ ਹੈ, 25 ਸਿੰਘ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹੁੰਦੇ। ਤੇ ਜਿਹੜੇ ਸਿੰਘਾਂ ਨੇ ਡਿਊਟੀ ਜਾਣਾ ਉਹਨਾਂ ਨੇ ਸਕੇਸੀ ਇਸ਼ਨਾਨ ਕਰਕੇ ਨਵੇਂ ਧੋਤੇ ਹੋਏ ਵਸਤਰ ਪਾ ਕੇ ਜਾਣਾ, ਸੁੱਚੇ ਵਸਤਰ ਪਾ ਕੇ ਜਾਣਾ। ਕੇਸੀ ਇਸ਼ਨਾਨ ਕੀਤੇ ਤੋਂ ਬਿਨਾਂ ਕੋਈ ਸਿੰਘ ਡਿਊਟੀ ਨਾ ਲਾਵੇ। ਪਾਠ ਬੋਲ ਕੇ ਕਰਨਾ ਹੈ, ਸੁਚਮਤਾ ਦਾ ਖਾਸ ਖਿਆਲ ਰੱਖਿਆ ਜਾਵੇ। ਬਾਬਾ ਜੀ ਨੇ ਹੋਰ ਵੀ ਕਾਫੀ ਵਿਧੀ ਸਮਝਾਈ। ਇਸ ਤਰੀਕੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਹੋਣਾ ਚਾਹੀਦਾ, ਬਾਬਾ ਜੀ ਠੀਕ ਹੋ ਜਾਣਗੇ। ਤੇ ਹੁਣ ਮਹਾਂਪੁਰਖਾਂ ਦੇ ਕਹੇ ਅਨੁਸਾਰ ਤਿਆਰੀ ਹੋ ਗਈ ਜੀ ਅਖੰਡ ਪਾਠ ਸਾਹਿਬ ਦੀ। ਜਿਸ ਕਮਰੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਹੋਣਾ ਸੀ, ਨਾਲ ਦੇ ਕਮਰੇ ਦੇ ਵਿੱਚ ਬਾਬਾ ਨਿਧਾਨ ਸਿੰਘ ਜੀ ਵਾਸਤੇ ਆਸਣ ਲਾ ਦਿੱਤਾ ਗਿਆ। ਬਹੁਤਾ ਸਮਾਂ ਬੈਠਿਆ ਨਹੀਂ ਸੀ ਜਾਂਦਾ, ਲੰਮੇ ਪਏ ਰਹਿੰਦੇ ਸੀ। ਪਰ ਸੰਤ ਮਹਾਰਾਜ ਨੇ ਬਚਨ ਕੀਤਾ। ਬਾਬਾ ਜਵਾਲਾ ਸਿੰਘ ਜੀ ਕਹਿੰਦੇ ਚਾਹੇ ਤੁਸੀਂ ਲੰਮੇ ਪਏ ਰਹੋ, ਚਾਹੇ ਬੈਠੋ, ਤੁਹਾਡੀ ਖੁਸ਼ੀ ਹੈ, ਪਰ 48 ਘੰਟੇ ਜਿੰਨਾ ਪਾਠ ਚੱਲਣਾ ਉਹ ਤੁਹਾਡੇ ਕੰਨੀ ਆਵਾਜ਼ ਪੈਣੀ ਚਾਹੀਦੀ ਹੈ, ਬੋਲ ਤੁਹਾਡੇ ਕੰਨੀ ਪੈਣੇ ਚਾਹੀਦੇ। ਦੇਖੋ ਕੈਸੀ ਭਾਵਨਾ। ਮਹਾਂਪੁਰਸ਼ ਇਹ ਖੇਡਾਂ ਵਰਤਾ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਨੇ ਵੀ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ। ਇਹ ਠੀਕ ਹੈ, ਅੱਜ ਅਸੀਂ ਸ਼ੰਕਾਵਾਦੀ ਲੋਕ, ਸਾਡਾ ਵਿਸ਼ਵਾਸ ਪਤਲਾ ਪੈ ਗਿਆ, ਸਾਨੂੰ ਸ਼ੰਕਾਵਾਂ ਨੇ ਘੇਰ ਲਿਆ। ਅੱਜ ਦੇ ਪੜ੍ਹੇ ਲਿਖੇ ਵਰਗ ਦੇ ਲੋਕ ਹਰ ਗੱਲ ਦਾ ਸਬੂਤ ਮੰਗਦੇ ਐ, ਕਹਿੰਦੇ ਇਦਾਂ ਕਿੱਦਾਂ ਹੋ ਸਕਦਾ ਹੈ, ਕਿਵੇਂ ਹੋ ਜਾਊਗਾ। ਪਿਛਲੇ ਨੇੜਲੇ ਸਮੇਂ ਦੀ ਘਟਨਾ, ਚਲੋ ਤੁਸੀਂ ਇੰਟਰਨੈਟ ਸਾਰੇ ਵਰਤਣ ਵਾਲੇ ਹੋ, ਤੁਸੀਂ YouTube ਦੇ ਉੱਤੇ ਸਰਚ ਕਰਕੇ ਦੇਖ ਲੈਣਾ। ਇੱਕ ਡਾਕਟਰ ਹੋਇਆ ਜੀ ਜਿਹਦਾ ਕੈਂਸਰ ਦਾ ਰੋਗ ਸ੍ਰੀ ਹਰਿਮੰਦਰ ਸਾਹਿਬ ਠੀਕ ਹੋਇਆ ਸੀ। ਉਹਦਾ ਨਾਮ ਸੀ ਡਾਕਟਰ ਵਾਸੂ ਭਾਰਦਵਾਜ। ਡਾਕਟਰ ਵਾਸੂ ਭਾਰਦਵਾਜ YouTube ਦੇ ਉੱਤੇ ਲਿਖ ਕੇ ਸਰਚ ਕਰ ਲੈਣਾ। ਹਰਿਮੰਦਰ ਸਾਹਿਬ ਦੇ ਵਿੱਚ ਉਹਦੇ ਨਾਲ ਕੀ ਕੌਤਕ ਵਰਤਿਆ ਸੀ, ਕੀ ਖੇਡ ਵਰਤੀ ਸੀ, ਅੱਜ ਵੀ ਪ੍ਰਤੱਖ ਸਬੂਤ ਹੈ ਇਸ ਗੱਲ ਦਾ। ਉਹ ਆਪਣੀ ਜ਼ੁਬਾਨ ਦੇ ਨਾਲ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਉਹਨੇ ਸੰਗਤ ਵਿੱਚ ਸੁਣਾਇਆ ਸੀ। ਰੱਬ ਦੀ ਹੋਂਦ ਤੋਂ ਇਨਕਾਰੀ ਬੰਦਾ ਸੀ ਉਹ। ਅਮਰੀਕਾ ਦੇ ਵਿੱਚ ਡਾਕਟਰ ਸੀ, ਹੱਡੀਆਂ ਦੇ ਵਿਭਾਗ ਦੇ ਵਿੱਚ ਡਾਕਟਰ ਸੀ ਉਹ, ਤੇ ਰੱਬ ਨੂੰ ਨਹੀਂ ਸੀ ਮੰਨਦਾ। ਤੇ ਕੁਦਰਤ ਐਸੀ ਵਰਤੀ ਸੀ ਵੀ ਉਹਨੂੰ ਹੱਡੀਆਂ ਦਾ ਕੈਂਸਰ ਹੋ ਗਿਆ ਸੀ। ਸੂਰਤ ਦਾ ਰਹਿਣ ਵਾਲਾ ਸੀ, ਵਾਪਸ ਆਪਣੇ ਦੇਸ਼ ਇੰਡੀਆ ਆ ਗਿਆ, ਸੂਰਤ ਰਹਿਣ ਲੱਗ ਪਿਆ। ਕੰਡੀਸ਼ਨ ਉਹਦੀ ਇੰਨੀ ਖਰਾਬ ਹੋ ਚੁੱਕੀ ਸੀ ਵੀ ਉਹ ਉੱਠ ਕੇ ਬੈਠ ਵੀ ਨਹੀਂ ਸੀ ਸਕਦਾ, ਰੀੜ੍ਹ ਦੀ ਹੱਡੀ ਟੁੱਟ ਜਾਣ ਦਾ ਖਤਰਾ ਸੀ, ਇੰਨੀ ਹਾਲਤ ਉਹਦੀ ਖਰਾਬ ਸੀ। ਪ੍ਰੇਰਨਾ ਦੇਣ ਵਾਲਿਆਂ ਨੇ ਪ੍ਰੇਰਨਾ ਦਿੱਤੀ ਬਈ ਤੂੰ ਹਰਿਮੰਦਰ ਸਾਹਿਬ ਚੱਲ। ਉਹ ਕਹਿੰਦਾ ਵੀ ਮੈਂ ਤਾਂ ਰੱਬ ਨੂੰ ਮੰਨਦਾ ਹੀ ਨਹੀਂ ਸੀ। ਕਹਿੰਦਾ ਮੈਂ ਕਹਿੰਦਾ ਸੀ ਵੀ ਮੈਂ ਖੁਦ ਡਾਕਟਰ ਹਾਂ, ਮੈਨੂੰ ਪਤਾ ਹੈ ਮੇਰੇ ਦਿਨ ਥੋੜੇ ਰਹਿ ਗਏ ਨੇ, ਮੈਂ ਚੜ੍ਹਾਈ ਕਰ ਜਾਣਾ, ਮੇਰਾ ਰੋਗ ਹਟਣ ਵਾਲਾ ਹੀ ਨਹੀਂ ਹੈ। ਪਰ ਜਿਨ੍ਹਾਂ ਨੂੰ ਯਕੀਨ ਹੁੰਦਾ, ਗੁਰੂ ਤੇ ਵਿਸ਼ਵਾਸ ਹੁੰਦਾ ਜਿਨ੍ਹਾਂ ਨੂੰ, ਉਹ ਦੂਜੇ ਦਾ ਵਿਸ਼ਵਾਸ ਪੱਕਾ ਕਰਨ ਦਾ ਹਰ ਯਤਨ ਕਰਦੇ ਹੈ ਵੀ ਕਿਸੇ ਤਰੀਕੇ ਇਹਦਾ ਯਕੀਨ, ਇਹਦਾ ਵਿਸ਼ਵਾਸ ਬਣ ਜਾਵੇ ਗੁਰੂ ਮਹਾਰਾਜ ਦੇ ਉੱਤੇ। ਉਹਨੂੰ ਲੈ ਕੇ ਆਂਦਾ ਗਿਆ ਹਰਿਮੰਦਰ ਸਾਹਿਬ। ਕਮੇਟੀ ਦੇ ਨਾਲ ਗੱਲ ਕਰਕੇ ਅਰਜੈਂਟ
ਤਰੀਕ ਲਈ ਗਈ ਸ੍ਰੀ ਅਖੰਡ ਪਾਠ ਸਾਹਿਬ ਦੀ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵਾਲੇ ਇੱਕ ਕਮਰੇ ਦੇ ਵਿੱਚ ਮਹਾਰਾਜ ਪ੍ਰਕਾਸ਼ ਹੋਏ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਤੇ ਉਸ ਡਾਕਟਰ ਨੂੰ ਵੀ ਇਹੀ ਕਿਹਾ ਸੀ ਵੀ ਵਾਸੂ ਭਾਰਦਵਾਜ ਜੀ, ਪੂਰੀ ਬਾਣੀ ਤੁਸੀਂ ਸੁਣਨੀ ਹੈ, ਚਾਹੇ ਤੁਹਾਨੂੰ ਸਮਝ ਲੱਗੇ ਤੇ ਭਾਵੇਂ ਨਾ ਲੱਗੇ, ਪੂਰੀ ਤੁਸੀਂ ਬਾਣੀ ਸੁਣਨੀ ਹੈ। ਤੇ ਡਾਕਟਰ ਵਾਸੂ ਭਾਰਦਵਾਜ ਜਿਹੜਾ ਬੈਠ ਨਹੀਂ ਸੀ ਸਕਦਾ, ਜਿਹਨੂੰ ਸਟ੍ਰੈਚਰ ਤੇ ਲੰਮੇ ਪਾ ਕੇ ਲਿਆਏ ਸੀ ਉੱਥੇ ਤਾਈਂ, ਮਹਾਰਾਜ ਦੇ ਉਸ ਕਮਰੇ ਦੇ ਵਿੱਚ ਉਹ ਵੀ ਇੱਕ ਪਾਸੇ ਲੰਮਾ ਪੈ ਕੇ ਬਾਣੀ ਸੁਣਦਾ ਰਿਹਾ। ਪਰ ਜਿੱਦਾਂ ਜਿੱਦਾਂ ਬਾਣੀ ਸੁਣ ਰਿਹਾ ਸੀ ਉਹਦੇ ਅੰਦਰ ਨੂੰ ਠੰਡ ਪੈ ਰਹੀ ਸੀ। ਉਹ ਕਹਿੰਦਾ ਮੈਨੂੰ ਸਮਝ ਤਾਂ ਨਹੀਂ ਸੀ ਕੁਛ ਵੀ ਲੱਗ ਰਿਹਾ ਜੋ ਬੋਲਿਆ ਜਾ ਰਿਹਾ, ਪਰ ਉਹ ਆਵਾਜ਼ ਮੈਨੂੰ ਪਿਆਰੀ ਬੜੀ ਲੱਗ ਰਹੀ ਸੀ। ਸ਼ਾਮ ਦਾ ਵਕਤ ਹੋਇਆ, ਆਰੰਭ ਵਾਲਾ ਦਿਨ। ਪਹਿਲੇ ਦਿਨ ਸ਼ਾਮ ਨੂੰ ਸੁਖਮਨੀ ਸਾਹਿਬ ਦੀ ਬਾਣੀ ਚੱਲਦੀ ਹੁੰਦੀ ਸ੍ਰੀ ਅਖੰਡ ਪਾਠ ਸਾਹਿਬ ਦੇ ਵਿੱਚ। ਤੇ ਸਾਧ ਸੰਗਤ ਜਿਸ ਵੇਲੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਚੱਲ ਰਹੀ ਸੀ ਤੇ ਡਾਕਟਰ ਕਹਿੰਦਾ ਵੀ ਮੇਰਾ ਚਿੱਤ ਕੀਤਾ ਮੈਂ ਉੱਠ ਕੇ ਬਹਿ ਜਾ, ਬੈਠ ਕੇ ਸੁਣਾ। ਉਹਨੇ ਉੱਠਣ ਦਾ ਯਤਨ ਕੀਤਾ, ਉਹਦੇ ਘਰਦਿਆਂ ਨੇ ਉਹਨੂੰ ਰੋਕਿਆ, ਮੈਂ ਉੱਠ ਕੇ ਨਾ ਬੈਠੋ, ਤੁਹਾਡੀ ਰੀੜ੍ਹ ਦੀ ਹੱਡੀ ਟੁੱਟ ਜਾਏਗੀ। ਇੰਨੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ ਸੀ। ਉਹ ਕਹਿੰਦਾ ਮੈਂ ਕਿਸੇ ਦੀ ਨਹੀਂ ਸੁਣੀ, ਮੈਂ ਤਾਕਤ ਲਾਈ, ਉੱਠਣ ਦਾ ਯਤਨ ਕੀਤਾ। ਕਹਿੰਦਾ ਮੇਰੀ ਪਤਨੀ ਨੇ ਕਹਿੰਦਾ ਵੀ ਮੈਨੂੰ ਫੜ ਕੇ ਸਹਾਰਾ ਦੇ ਕੇ ਬਿਠਾ ਲਿਆ, ਪਿਛਲੇ ਪਾਸੇ ਉਹ ਬਹਿ ਗਈ, ਸਹਾਰਾ ਦਿੱਤਾ। ਹੁਣ ਜਿਹੜੀ ਉਹਨਾਂ ਦੀ ਬੇਟੀ ਸੀ ਨਾਲ, ਤਿੰਨੇ ਜੀ ਸੀ ਉੱਥੇ, ਤੇ ਚੌਥਾ ਗ੍ਰੰਥੀ ਸਿੰਘ ਪਾਠ ਕਰ ਰਿਹਾ, ਹੋਰ ਕੋਈ ਮੈਂਬਰ ਨਹੀਂ ਸੀ ਉੱਥੇ। ਉਹਨਾਂ ਦੀ ਬੇਟੀ ਦੇ ਕੋਲ ਕੈਮਰਾ ਸੀ ਤੇ ਉਹ ਆਪਣੇ ਮਾਤਾ ਪਿਤਾ ਦੀਆਂ ਫੋਟੋਆਂ ਖਿੱਚਣ ਲੱਗ ਪਈ। ਉਸ ਵੇਲੇ ਐਸੀ ਖੇਡ ਵਰਤੀ ਜੋ ਕੈਮਰਿਆਂ ਦੇ ਵਿੱਚ ਰਿਕਾਰਡ ਹੋਈ, ਔਨ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਪਾਸ ਇਹ ਸਾਰਾ ਮੌਜੂਦ ਹੈ। ਕਦੇ ਵੀ ਜਾ ਕੇ ਦੇਖਿਆ ਜਾ ਸਕਦਾ ਵੀ ਕੀ ਗੱਲ, ਇਹ ਗੱਲ ਸੱਚੀ ਹੈ। ਉਦੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਮੰਜੀ ਸਾਹਿਬ ਦੀਵਾਨ ਹਾਲ 'ਚ ਕਥਾ ਕਰਦੇ ਹੁੰਦੇ ਸੀ। ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਤੇ ਇੱਕ ਤਕਰੀਬਨ ਹੱਥ ਡੇਢ ਹੱਥ ਉੱਚੀ ਲਾਟ, ਜਿਵੇਂ ਜੋਤ ਜਗਦੀ ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਇਸ ਤਰ੍ਹਾਂ ਜੋਤ ਜਗਦੀ ਹੋਈ ਸਾਰਿਆਂ ਨੂੰ ਦਿਸੀ। ਉਸ ਲੜਕੀ ਨੇ ਫੋਟੋਆਂ ਖਿੱਚੀਆਂ, ਉਹ ਫੋਟੋਆਂ ਦੇ ਵਿੱਚ ਆਈ ਹੋਈ ਹੈ ਜੀ। ਤੇ ਉਹ ਫਿਰ ਉਹ ਮਹਾਰਾਜ ਦੇ ਸਰੂਪ ਤੋਂ ਉਹ ਜੋਤ ਸੀ ਜਿਹੜੀ, ਉਹ ਜਿਹੜੀ ਲਾਈਟ ਸੀ, ਉਹ ਡਾਕਟਰ ਵੱਲ ਨੂੰ ਚੱਲਣਾ ਸ਼ੁਰੂ ਹੋ ਗਈ। ਡਾਕਟਰ ਦੇ ਕੋਲ ਆ ਕੇ ਉਹਦੇ ਦੋ ਹਿੱਸੇ ਹੋ ਗਏ। ਦੋਵੇਂ ਹੱਥ ਡਾਕਟਰ ਨੇ ਥੱਲੇ ਲਾਏ ਹੋਏ ਸੀ, ਇੱਕ ਹਿੱਸਾ ਸੱਜੇ ਹੱਥ ਰਾਹੀਂ, ਇੱਕ ਹਿੱਸਾ ਖੱਬੇ ਹੱਥ ਰਾਹੀਂ ਉਹਦੇ ਸਰੀਰ ਵਿੱਚ ਪ੍ਰਵੇਸ਼ ਹੋ ਗਈ ਉਹ ਜੋਤ। ਡਾਕਟਰ ਦੇ ਆਪਣੇ ਕਹਿਣ ਦੀ ਗੱਲ ਹੈ ਵੀ ਜਦੋਂ ਉਹ ਜੋਤ ਕਹਿੰਦਾ ਮੇਰੇ ਸਰੀਰ ਵਿੱਚ ਪ੍ਰਵੇਸ਼ ਹੋਈ, ਨਾੜ ਨਾੜ ਦੇ ਵਿੱਚ ਜਿਵੇਂ ਕਰੰਟ ਫਿਰਿਆ ਹੁੰਦਾ ਹੈ, ਇੱਦਾਂ ਮਹਿਸੂਸ ਹੋਇਆ। ਮੈਂ ਬਿਲਕੁਲ ਠੀਕ ਹੋ ਕੇ ਬੈਠ ਗਿਆ, ਸਾਰਾ ਅਖੰਡ ਪਾਠ ਸਾਹਿਬ ਸੁਣਿਆ। ਸਟ੍ਰੈਚਰ ਤੇ ਲੰਮਾ ਪਾ ਕੇ ਲਿਆਏ ਸੀ, ਪੈਦਲ ਚੱਲ ਕੇ ਬਾਹਰ ਗਿਆ। ਕਹਿੰਦਾ ਮੈਂ ਡਾਕਟਰ ਸਾਂ, ਉੱਦਾਂ ਮੰਨਣ ਵਾਲਾ ਨਹੀਂ ਸੀ ਮੈਂ। ਸਾਰੇ ਮੈਂ ਟੈਸਟ ਦੁਬਾਰਾ ਕੀਤੇ, ਸਾਰੇ ਟੈਸਟ ਦੁਬਾਰਾ ਲੈਬੋਰਟਰੀਆਂ ਦੇ ਵਿੱਚੋਂ ਕਰਵਾਏ। ਕਹਿੰਦਾ ਮੇਰੇ ਸਰੀਰ ਦੇ ਵਿੱਚ ਕੈਂਸਰ ਦਾ ਨਾਮੋ ਨਿਸ਼ਾਨ ਵੀ ਨਹੀਂ। ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਐਸਾ ਪ੍ਰਤਾਪ ਵਰਤਿਆ। ਅੱਜ ਸ਼ੰਕਾਵਾਦੀ ਲੋਕ, ਕੀ ਫਾਇਦਾ ਜੀ ਬਾਣੀ ਪੜ੍ਹਨ ਦਾ, ਕੀ ਫਾਇਦਾ ਜੀ, ਇਹ ਤਾਂ ਹੋਣਾ ਹੀ ਨਹੀਂ ਚਾਹੀਦਾ। ਨਹੀਂ ਸਾਧ ਸੰਗਤ ਜੀ, ਜੇਹਾ ਭਾਓ ਤੇਹਾ ਫਲ ਪਾਈਐ। ਜਿੱਦਾਂ ਦੀ ਭਾਵਨਾ ਰੱਖੋਗੇ ਉਦਾਂ ਦਾ ਫਲ ਮਿਲੇਗਾ, ਅਵਸ਼ ਮਿਲੇਗਾ। ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜੋ ਮਰਜੀ ਕੋਈ ਮੰਗ ਲਵੇ ਮਹਾਰਾਜ ਉਹੀ ਦਿੰਦੇ ਆ। ਭਾਵਨਾ ਤਾਂ ਹੋਵੇ, ਸ਼ਰਧਾ ਤਾਂ ਹੋਵੇ। ਸ਼ਰਧਾ ਹੀ ਨਹੀਂ ਹੈ, ਵਿਸ਼ਵਾਸ ਹੀ ਨਹੀਂ ਸਾਨੂੰ ਮਹਾਰਾਜ ਦੇ ਉੱਤੇ। ਤੋ ਡਾਕਟਰ ਨੇ ਫਿਰ ਉਸ ਵੇਲੇ ਪਤਾ ਕਰਿਆ ਵੀ ਇੱਥੇ ਕੋਈ ਐਸਾ ਗੁਰਮੁਖ ਹੋਵੇ ਜਿਹਨੂੰ ਮੈਂ ਇਹ ਗੱਲ ਦੱਸਾਂ। ਫਿਰ ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ ਉਹ ਮਿਲਿਆ
ਮਸਕੀਨ ਜੀ ਨੂੰ ਸਾਰੀ ਗੱਲ ਦੱਸੀ। ਮਸਕੀਨ ਜੀ ਨੇ ਕਿਹਾ ਵੀ ਇਹ ਗੱਲ ਜਿਹੜੀ ਤੇਰੇ ਨਾਲੇ ਹੋਈ ਹੈ ਵੀ ਤੂੰ ਸਟੇਜ ਤੇ ਦੱਸ ਸਕਦਾ ਹੈ? ਕਹਿੰਦਾ ਬਿਲਕੁਲ ਦੱਸ ਸਕਦਾ। ਵੀ ਮੇਰੇ ਕੋਲੇ ਕਿਹੜਾ ਵੀ ਕੋਈ ਸਬੂਤ ਨਹੀਂ ਹੈ ਜਾਂ ਗਵਾਹ ਨਹੀਂ ਹੈ। ਉਹ ਅਖੰਡ ਪਾਠੀ ਸਿੰਘ ਜਿਹੜਾ ਬੈਠਾ ਸੀ ਡਿਊਟੀ ਤੇ, ਉਹਨੇ ਸਾਰਾ ਕੁਝ ਅੱਖੀਂ ਦੇਖਿਆ, ਪਾਠ ਕਰਦੇ ਨੇ, ਉਹ ਗਵਾਹ ਹੈ। ਕਹਿੰਦਾ ਮੇਰੀ ਬੇਟੀ ਗਵਾਹ ਹੈ, ਕਹਿੰਦਾ ਮੇਰੀ ਪਤਨੀ ਗਵਾਹ ਹੈ। ਉਹ ਫੋਟੋਆਂ ਸਬੂਤ ਵਜੋਂ ਅੱਜ ਵੀ ਹੈਗੀਆਂ ਨੇ। ਡਾਕਟਰ ਵਾਸੂ ਭਾਰਦਵਾਜ ਤੇ ਉਹਨੇ ਫਿਰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਹ ਬੋਲ ਕੇ ਗੱਲ ਕਹੀ। ਕਹਿੰਦਾ ਮੈਂ ਕਹਿੰਦਾ ਸਾਂ ਰੱਬ ਨਹੀਂ, ਰੱਬ ਹੈ ਨਹੀਂ ਕਿਤੇ ਵੀ। ਕਹਿੰਦਾ ਪਰ ਅੱਜ ਮੈਨੂੰ ਯਕੀਨ ਹੋ ਗਿਆ ਬਈ ਪਰਮਾਤਮਾ ਹੈ ਤੇ ਹਰਮੰਦਰ ਸਾਹਿਬ ਦੇ ਵਿੱਚ ਵਸਦਾ ਹੈ। ਕੈਸਾ ਯਕੀਨ ਬਣਿਆ ਉਹਦਾ। ਮਹਾਰਾਜ ਤੇ ਅੱਜ ਵੀ ਹਾਜ਼ਰ ਨਾਜ਼ਰ ਨੇ ਜੇ ਅਸੀਂ ਭਰੋਸਾ ਕਰ ਲਈਏ। ਤੇ ਉਹ ਖੈਰ ਇਹ ਵਿਚਾਰ ਤਾਂ ਸੁਣਾਈ ਗਈ ਵੀ ਕਿਤੇ ਸੁਣ ਕੇ ਸਾਡੇ ਮਨ ਦੇ ਵਿੱਚ ਯਕੀਨ ਬਣ ਜਾਏ, ਸ਼ਰਧਾ ਬਣ ਜਾਏ, ਵਿਸ਼ਵਾਸ ਬਣ ਜਾਏ। ਸਾਡੇ ਸਤਿਗੁਰਾਂ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਕਿਸੇ ਚੀਜ਼ ਦਾ ਟੋਟਾ ਨਹੀਂ ਹੈ। ਪਰ ਬਣੀਏ ਤੇ ਸਹੀ ਮਹਾਰਾਜ ਜੀ ਦੇ। ਖੈਰ ਆਪਾਂ ਜੋ ਵਿਚਾਰ ਕਰ ਰਹੇ ਸਾਂ, ਸੰਤ ਬਾਬਾ ਜਵਾਲਾ ਸਿੰਘ ਜੀ ਦੇ ਕਹੇ ਤੇ ਫਿਰ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ। ਜਿਸ ਵੇਲੇ ਮੱਧ ਵਾਲਾ ਦਿਨ ਆਇਆ, ਅਰਦਾਸ ਹੋਈ ਤੇ ਬਾਬਾ ਜੀ ਸੰਤ ਬਾਬਾ ਨਿਧਾਨ ਸਿੰਘ ਜੀ, ਉਹਨਾਂ ਨੂੰ ਪੁੱਛਿਆ ਗਿਆ ਮਹਾਂਪੁਰਸ਼ੋ ਹੁਣ ਸਰੀਰ ਦਾ ਕੀ ਹਾਲ ਹੈ? ਤੇ ਬਾਬਾ ਨਿਧਾਨ ਸਿੰਘ ਜੀ ਨੇ ਦੱਸਣਾ ਕੀਤਾ ਵੀ ਮੇਰੇ ਸਰੀਰ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਦਰਦਾਂ ਹੁੰਦੀਆਂ ਸੀ, ਉਹ ਦਰਦਾਂ ਹਟ ਗਈਆਂ ਤੇ ਮੈਨੂੰ ਲੱਗ ਰਿਹਾ ਵੀ ਮੈਂ ਅੱਗੇ ਨਾਲੋਂ ਬਹੁਤ ਠੀਕ ਹੋ ਗਿਆ। ਹੁਣ 48 ਘੰਟੇ ਬਾਅਦ ਭੋਗ ਪੈਣਾ ਹੈ। 24 ਘੰਟੇ ਬੀਤੇ ਨੇ, 24 ਘੰਟੇ ਬਕਾਇਆ ਅਜੇ ਰਹਿੰਦਾ ਸਮਾਂ। ਮੱਧ ਤੱਕ ਬਾਣੀ ਆਈ ਹੈ। ਹੁਣ ਅਗਲਾ ਦਿਨ ਹੋਇਆ, ਭੋਗ ਪਿਆ। ਸਤਿਗੁਰਾਂ ਦੇ ਸੰਪੂਰਨ ਬਸਤਰ, ਰਮਾਲੇ ਸਾਹਿਬ ਤੇ ਮਹਾਰਾਜ ਦੇ ਸੁਖਾਸਣ ਵਾਲੇ ਬਸਤਰ ਵੀ ਪਹਿਨਾਏ ਗਏ। ਮਹਾਂਪੁਰਸ਼ਾਂ ਨੇ ਹੁਕਮ ਕੀਤਾ ਸੀ ਜੇ ਅਖੰਡ ਪਾਠ ਸਾਹਿਬ ਦਾ ਭੋਗ ਪਵੇ ਤੇ ਮਹਾਰਾਜ ਦੇ ਸੰਪੂਰਨ ਬਸਤਰ ਭੇਟ ਕਰਨੇ ਚਾਹੀਦੇ ਹੈ। ਸੁਖਾਸਣ ਵਾਲੇ ਬਸਤਰ ਵੀ ਨਵੇਂ ਭੇਟ ਕਰਨੇ ਚਾਹੀਦੇ ਹੈ। ਮਹਾਰਾਜ ਦੇ ਪੋਸ਼ਾਕੇ ਪਹਿਨਾਏ ਗਏ। ਆਰਤੀ ਕੀਰਤਨ ਹੋਇਆ, ਫੁੱਲਾਂ ਦੀ ਵਰਖਾ ਵੀ ਹੋਈ, ਅਰਦਾਸਾ ਸੋਧਿਆ ਗਿਆ। ਹੁਕਮਨਾਮਾ ਆਇਆ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ। ਐਸੀ ਕਿਰਪਾ ਹੋਈ ਸਤਿਗੁਰਾਂ ਦੀ। ਬਾਬਾ ਨਿਧਾਨ ਸਿੰਘ ਜੀ ਦਾ ਸਰੀਰ ਬਿਲਕੁਲ ਅਰੋਗ ਹੋ ਗਿਆ। ਭੋਗ ਵਾਲੇ ਦਿਨ ਤੱਕ ਬਿਲਕੁਲ ਤੰਦਰੁਸਤ ਹੋ ਗਏ ਬਾਬਾ ਨਿਧਾਨ ਸਿੰਘ ਜੀ। ਉਸ ਘਟਨਾ ਤੋਂ ਬਾਅਦ ਬਾਬਾ ਨਿਧਾਨ ਸਿੰਘ ਜੀ ਦਾ ਬਾਬਾ ਜਵਾਲਾ ਸਿੰਘ ਸਾਹਿਬ ਜੀ ਨਾਲ ਐਸਾ ਪ੍ਰੇਮ ਬਣਿਆ ਬਈ ਅਖੀਰ ਤੱਕ ਦੋਵਾਂ ਮਹਾਂਪੁਰਖਾਂ ਦੀ ਨਿਭੀ ਬਹੁਤ ਪ੍ਰੇਮ ਬਣਿਆ। ਸੋ ਸੰਤ ਬਾਬਾ ਜਵਾਲਾ ਸਿੰਘ ਜੀ ਐਸੇ ਸਤਿਪੁਰਖ ਸਨ ਜਿਨ੍ਹਾਂ ਦਾ ਸਾਰੇ ਸਾਧੂਆਂ ਦੇ ਨਾਲ, ਮਹਾਂਪੁਰਖਾਂ ਦੇ ਨਾਲ ਬਹੁਤ ਸਨੇਹ ਹੁੰਦਾ ਸੀ, ਬਹੁਤ ਪਿਆਰ ਹੁੰਦਾ ਸੀ। ਬਾਬਾ ਜੀ ਸਭ ਦਾ ਬਹੁਤ ਸਤਿਕਾਰ ਕਰਦੇ ਸੀ। ਸੰਤ ਬਾਬਾ ਦਲੀਪ ਸਿੰਘ ਜੀ ਵੈਦਰਾਜ ਡਮੇਲੀ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਜਨਮ ਨਗਰ ਤਾਂ ਪਿੰਡ ਸਾਰੀ ਜ਼ਿਲ੍ਹਾ ਹੁਸ਼ਿਆਰਪੁਰ ਹੈ, ਪਰ ਮਹਾਂਪੁਰਖ ਬਹੁਤਾ ਲੰਮਾ ਸਮਾਂ ਆਪਣੇ ਨਾਨਕੇ ਪਿੰਡ ਡਮੇਲੀ ਹੀ ਰਹੇ। 1939 ਦਾ ਸਮਾਂ ਹੈ। 1939 ਦੇ ਵਿੱਚ ਸੰਤ ਬਾਬਾ ਹੀਰਾ ਸਿੰਘ ਜੀ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਸਾਰੇ ਇਕੱਠੇ ਡਮੇਲੀ ਬੈਠੇ ਆ। ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ, ਸੰਤ ਮਹਾਰਾਜ ਹਰਖਵਾਲਗੇ ਤੇ ਸੰਤ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ, ਤਿੰਨੇ ਹੀ ਬ੍ਰਹਮ ਗਿਆਨੀ ਮਹਾਂਪੁਰਖ ਇਕੱਠੇ ਬੈਠੇ ਆ। ਬਾਬਾ ਦਲੀਪ ਸਿੰਘ ਸਾਹਿਬ ਦਾ ਸਰੀਰ ਬਹੁਤ ਜ਼ਿਆਦਾ ਵਿਆਧੀ ਕਰਕੇ ਰੋਗੀ ਹੋ ਗਿਆ ਸੀ, ਸਰੀਰ ਢਿੱਲਾ ਸੀ। ਹੁਣ ਉੱਥੇ ਮਹਾਂਪੁਰਖਾਂ ਦੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ। ਮਹਾਂਪੁਰਖ ਸਾਰੇ ਇਕੱਠੇ ਹੋ ਕੇ ਬੈਠੇ ਹੈ।
ਪਹਿਲੇ ਅਖੰਡ ਪਾਠ ਸਾਹਿਬ ਦਾ ਭੋਗ ਪਿਆ, ਦੂਸਰਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਤਾਂ ਬਾਬਾ ਹੀਰਾ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਨੂੰ ਕਹਿਣ ਲੱਗੇ, ਸੰਤ ਜੀ ਗੱਲ ਅਸਲ ਵਿੱਚ ਇਹ ਹੈ ਬਈ ਭਾਈ ਦਲੀਪ ਸਿੰਘ ਦੀ ਹੁਣ ਉਮਰ ਖਤਮ ਹੋ ਗਈ ਹੈ। ਦਲੀਪ ਸਿੰਘ ਹੋਰੀ ਦਵਾਈ ਬੂਟੀ ਦੇ ਨਾਲ ਸੰਗਤਾਂ ਦੀ ਬਹੁਤ ਸੇਵਾ ਕਰਦੇ ਆ। ਬੜੇ ਰੋਗੀ ਆਉਂਦੇ, ਤੰਦਰੁਸਤ ਹੋ ਕੇ ਜਾਂਦੇ ਆ। ਇਹਨਾਂ ਦਾ ਫਾਇਦਾ ਬੜਾ ਸੰਗਤਾਂ ਨੂੰ, ਰੋਗੀਆਂ ਨੂੰ। ਤੇ ਅਸੀਂ ਜੋ ਦੇਖ ਰਹੇ ਹਾਂ ਵੀ ਇਹਨਾਂ ਦੀ ਉਮਰ ਖਤਮ ਹੋ ਗਈ ਹੈ, ਇਹਨਾਂ ਦਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਪਰ ਇਦਾਂ ਹੋਵੇ ਵੀ ਅਜੇ ਇਹਨਾਂ ਨੂੰ ਸੱਚਖੰਡ ਜਾਣਾ ਨਹੀਂ ਚਾਹੀਦਾ, ਅਜੇ ਇਹਨਾਂ ਨੂੰ ਹੋਰ ਰਹਿਣਾ ਚਾਹੀਦਾ, ਇਹਨਾਂ ਦੀ ਉਮਰ ਹੋਰ ਹੋਣੀ ਚਾਹੀਦੀ ਹੈ। ਕਹਿੰਦੇ ਮਹਾਰਾਜ ਤੁਸੀਂ ਹੋਰ ਉਮਰ ਦੇ ਕੇ ਰੱਖ ਸਕਦੇ ਹੋ ਇਹਨਾਂ ਨੂੰ? ਬਾਬਾ ਜੀ ਕਹਿੰਦੇ ਕੋਈ ਨਹੀਂ, ਕੱਲ ਨੂੰ ਦੱਸਾਂਗੇ। ਰਾਤ ਸਾਰਿਆਂ ਸੁੱਖ ਨਾਲ ਸੌਂ ਕੇ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ, ਅਖੰਡ ਪਾਠ ਸਾਹਿਬ ਪਹਿਲੇ ਦੀ ਸਮਾਪਤੀ ਹੋਈ, ਅਗਲਾ ਆਰੰਭ ਹੋਇਆ। ਦੋਨੋਂ ਮਹਾਂਪੁਰਸ਼ ਬਾਬਾ ਦਲੀਪ ਸਿੰਘ ਜੀ ਜਿੱਥੇ ਬਿਮਾਰ ਪਏ ਸੀ ਉਹਨਾਂ ਦੇ ਕੋਲ ਆ ਗਏ। ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੰਤ ਜਵਾਲਾ ਸਿੰਘ ਜੀ ਅਸੀਂ ਅਕਾਲ ਪੁਰਖ ਤੋਂ 5 ਸਾਲ ਦੀ ਉਮਰ ਇਹਨਾਂ ਵਾਸਤੇ ਹੋਰ ਲਈ ਹੈ, 5 ਸਾਲ ਨਹੀਂ ਹੋਣੇ ਜਾਣਗੇ। ਤਾਂ ਸੰਤ ਜਵਾਲਾ ਸਿੰਘ ਮਹਾਰਾਜ ਕਹਿਣ ਲੱਗੇ, ਬਾਬਾ ਜੀ 5 ਸਾਲ ਤਾਂ ਥੋੜੇ ਆ, ਇਹ ਤਾਂ ਛੇਤੀ ਬੀਤ ਜਾਣਗੇ। ਤਾਂ ਬਾਬਾ ਹੀਰਾ ਸਿੰਘ ਜੀ ਕਹਿੰਦੇ ਅਸੀਂ ਤਾਂ ਜੀ ਇੰਨਾ ਹੀ ਕਰ ਸਕਦੇ ਸੀ, ਜੇ ਹੋਰ ਜ਼ਿਆਦਾ ਤਾਂ ਫਿਰ ਤੁਸੀਂ ਬੇਨਤੀ ਕਰੋ। ਸੰਤ ਕਹਿੰਦੇ ਚੰਗਾ, ਫਿਰ ਕੱਲ ਨੂੰ ਵਿਚਾਰ ਕਰਾਂਗੇ। ਉਹ ਦਿਨ ਬੀਤਿਆ, ਰਾਤ ਪਈ, ਸਾਰੇ ਮਹਾਂਪੁਰਸ਼ ਆਪਣੇ ਆਪਣੇ ਆਸਣਾਂ ਤੇ ਸੁੱਖ ਲਿਆ। ਅੰਮ੍ਰਿਤ ਵੇਲੇ ਸਭ ਦੇ ਸੋਚ ਇਸ਼ਨਾਨ ਹੋਏ, ਸਮਾਧੀ ਸਥਿਤ ਹੋਏ। ਮਹਾਂਪੁਰਸ਼ ਸਮਾਧੀਆਂ ਤੋਂ ਉਥਾਨ ਹੋ ਕੇ ਜਿਸ ਵੇਲੇ ਫੇਰ ਇਕੱਠੇ ਹੋਏ, ਵਿਚਾਰ ਹੋਈ। ਕਹਿੰਦੇ ਜੀ ਆਪ ਜੀ ਦਾ ਕੱਲ ਹੁਕਮ ਹੋਇਆ ਸੀ ਕਿ ਬਾਬਾ ਦਲੀਪ ਸਿੰਘ ਜੀ ਦੀ ਬਾਬਤ ਅਸੀਂ ਕੱਲ ਨੂੰ ਦੱਸਾਂਗੇ, ਸੋ ਆਪ ਜੀ ਕਿਰਪਾ ਕਰਕੇ ਦੱਸੋ ਕਿ ਅਕਾਲ ਪੁਰਖ ਦੇ ਕੋਲੋਂ ਕੀ ਬਖਸ਼ਿਸ਼ ਹੋਈ ਹੈ। ਤਾਂ ਸੰਤ ਆਪਣੇ ਸੁਭਾਅ ਅਨੁਸਾਰ ਹੱਸ ਕੇ ਕਹਿਣ ਲੱਗੇ, ਬਾਬਾ ਜੀ ਹੁਣ ਇਹਨਾਂ ਨੂੰ 10 ਸਾਲ ਨਹੀਂ ਕਿਤੇ ਵੀ ਜਾਣ ਦਿੰਦੇ। 5 ਸਾਲ ਤੁਸੀਂ ਬਖਸ਼ਾ ਲਈ, 5 ਸਾਲ ਅਸੀਂ ਬੇਨਤੀ ਕਰ ਲਈ, ਤੇ ਹੁਣ ਇਹ 10 ਸਾਲ ਨਹੀਂ ਕਿਤੇ ਵੀ ਜਾਣਗੇ, 10 ਸਾਲ ਰਹਿਣਗੇ। ਤਾਂ ਉਸ ਵੇਲੇ ਬਾਬਾ ਦਲੀਪ ਸਿੰਘ ਜੀ ਦੇ ਚਿੱਤ ਵਿੱਚ ਬਹੁਤ ਵਿਰਾਗ ਆਇਆ। ਬੜੀ ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਦੋਵਾਂ ਮਹਾਂਪੁਰਸ਼ਾਂ ਦੇ ਅੱਗੇ। ਕਹਿੰਦੇ ਮਹਾਰਾਜ ਜੀਓ, ਮੇਰੇ ਚਿੱਤ ਦੀ ਇਹ ਬਹੁਤ ਦ੍ਰਿੜ ਇੱਛਾ ਵੀ ਏਦਾਂ ਦਾ ਸੁਭਾਗਾ ਸਮਾਂ ਮੈਨੂੰ ਕਿੱਥੇ ਫੇਰ ਮਿਲ ਜੂਗਾ ਵੀ ਆਪ ਜੀ ਵਰਗੇ 2 ਮਹਾਂਪੁਰਖ ਬ੍ਰਹਮ ਗਿਆਨੀ ਮੇਰੇ ਕੋਲ ਬੈਠੇ ਹੋਣ ਤੇ ਮੇਰੇ ਸਰੀਰ ਦਾ ਅਖੀਰ ਸਮਾਂ ਆਵੇ। ਮੈਨੂੰ ਨਹੀਂ ਇੱਛਾ ਹੋਰ ਜਿਉਣ ਦੀ, ਮੈਂ ਹੋਰ ਜੀਵਨ ਨਹੀਂ ਚਾਹੁੰਦਾ, ਤੇ ਤੁਸੀਂ ਕਿਰਪਾ ਕਰੋ ਮੈਨੂੰ ਜਾ ਲੈਣ ਦਿਓ ਸੱਚਖੰਡ। ਕਹਿੰਦੇ ਹੁਣ ਤਾਂ ਸੱਚਖੰਡ ਦੇ ਵਿੱਚੋਂ ਤੁਹਾਡੇ ਲਈ ਉਮਰ ਜਿਹੜੀ ਹੈ ਉਹ ਮਨਜ਼ੂਰ ਹੋ ਚੁੱਕੀ ਹੈ। ਕਹਿੰਦੇ ਫਿਰ ਮੇਰੇ ਨਾਲ ਵਾਅਦਾ ਕਰੋ ਵੀ 10 ਸਾਲਾਂ ਨੂੰ ਜਦੋਂ ਮੈਂ ਸਰੀਰ ਛੱਡਾਂਗਾ ਤਾਂ ਤੁਸੀਂ ਦੋਵੇਂ ਮਹਾਂਪੁਰਖ ਮੇਰੇ ਕੋਲ ਹੋਣਗੇ। ਤਾਂ ਇਹਨਾਂ ਦੇ ਇਹ ਬੇਨਤੀ ਕਰਨ ਤੇ, ਬਾਬਾ ਦਲੀਪ ਸਿੰਘ ਜੀਆਂ ਦੇ ਬੇਨਤੀ ਕਰਨ ਤੇ ਬਾਬਾ ਹੀਰਾ ਸਿੰਘ ਜੀ ਇੱਕਦਮ ਕਹਿ ਉੱਠੇ। ਕਹਿੰਦੇ ਭਾਈ ਦਲੀਪ ਸਿੰਘ ਜੀ 10 ਸਾਲਾਂ ਨੂੰ ਸਾਡਾ ਸਰੀਰ ਨਹੀਂ ਰਹੇਗਾ, ਅਸੀਂ ਪਹਿਲਾਂ ਚਲੇ ਜਾਵਾਂਗੇ। ਤੁਸੀਂ ਸੰਤ ਜਵਾਲਾ ਸਿੰਘ ਜੀ ਨੂੰ ਪੁੱਛ ਲਓ। ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੰਤ ਦਲੀਪ ਸਿੰਘ ਜੀ ਤੁਸੀਂ ਫਿਕਰ ਨਾ ਕਰੋ, ਤੁਹਾਡੇ ਨਾਲ ਸਾਡਾ ਵਾਅਦਾ ਰਿਹਾ, ਵਚਨ ਰਿਹਾ, ਜਦੋਂ ਤੁਹਾਡਾ ਸੱਚਖੰਡ ਜਾਣ ਦਾ ਸਮਾਂ ਆਏਗਾ ਤਾਂ ਅਸੀਂ ਤੁਹਾਡੇ ਕੋਲ ਹੋਵਾਂਗੇ, ਅਸੀਂ ਤੁਹਾਡੇ ਕੋਲ ਆਵਾਂਗੇ। ਤੇ ਇਸ ਤਰ੍ਹਾਂ ਨਾਲ 5 ਅਖੰਡ ਪਾਠ ਸਾਹਿਬਾਂ ਦੀ ਉੱਥੇ ਲੜੀ ਫਿਰ ਸੰਪੂਰਨ ਹੋਈ। ਉਦਣ ਤੋਂ ਲੈ ਕੇ ਸੰਤ ਬਾਬਾ ਦਲੀਪ ਸਿੰਘ ਜੀ ਤੰਦਰੁਸਤ ਹੁੰਦੇ ਗਏ। ਇਸ ਤਰ੍ਹਾਂ ਨਾਲ
ਸੰਤ ਜੀ ਮਹਾਰਾਜ ਹਰਖਵਾਲ ਨੂੰ ਆ ਗਏ, ਬਾਬਾ ਹੀਰਾ ਸਿੰਘ ਜੀ ਮਹਾਰਾਜ ਬਿਹਾਲੇ ਨੂੰ ਚਲੇ ਗਏ। ਤੇ ਜਿਸ ਵੇਲੇ ਹੁਣ 10 ਸਾਲ ਪੂਰੇ ਹੋਣ ਦਾ ਸਮਾਂ ਆਇਆ, 10 ਸਾਲ ਪੂਰੇ ਹੋਣ ਵਾਲੇ ਸਨ, ਤਕਰੀਬਨ 4 ਮਹੀਨੇ ਰਹਿੰਦੇ ਸੀ, ਤਾਂ ਬਾਬਾ ਦਲੀਪ ਸਿੰਘ ਜੀ ਦਾ ਸਰੀਰ ਢਿੱਲਾ ਹੋਣ ਲੱਗ ਪਿਆ। ਵਿਸਾਖ ਮਹੀਨਾ ਆਇਆ, ਦੁਪਹਿਰ ਤੋਂ ਹੀ ਸੰਤ ਦਲੀਪ ਸਿੰਘ ਜੀਆਂ ਨੂੰ ਬਹੁਤ ਬੁਖਾਰ ਆ ਗਿਆ। ਬਹੁਤ ਯਤਨ ਕੀਤੇ ਕਿ ਬੁਖਾਰ ਹਟ ਜਾਏ, ਪਰ ਨਾ ਹਟਿਆ। ਹੁਣ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵੀ ਆਪਣਾ ਬਚਨ ਪੂਰਾ ਕਰਨ ਵਾਸਤੇ ਡਮੇਲੀ ਆ ਗਏ। ਸੰਤ ਬਾਬਾ ਦਲੀਪ ਸਿੰਘ ਜੀ ਦੇ ਪਾਸ ਪਹੁੰਚ ਗਏ। 10 ਦਿਨ ਪਹਿਲਾਂ ਬਾਬਾ ਜੀ ਦੇ ਸਰੀਰ ਛੱਡਣ ਤੋਂ ਜਦੋਂ ਬਾਬਾ ਦਲੀਪ ਸਿੰਘ ਜੀ ਦਾ ਸਮਾਂ ਪੂਰਾ ਹੋਣ ਤੇ ਆਇਆ, ਤਾਂ ਉਸ ਸਮੇਂ 1 ਦਿਨ ਪਹਿਲਾਂ ਬਾਬਾ ਦਲੀਪ ਸਿੰਘ ਜੀ ਨੇ ਜਥੇਦਾਰ ਸੰਤ ਜਨਕ ਸਿੰਘ ਜੀ ਨੂੰ ਸ਼ਾਮ ਦੇ 6 ਵਜੇ ਕਿਹਾ, ਕਹਿੰਦੇ ਜਥੇਦਾਰ ਜੀ ਜਾਓ, ਕਹਿੰਦੇ ਬਾਬੇ ਰਾਣੇ ਸੰਤ ਜੀ ਮਹਾਰਾਜ ਭਗਤੀ 'ਚ ਬੈਠੇ ਆ, ਜਾਓ ਉਹਨਾਂ ਨੂੰ ਸਾਡਾ ਸੁਨੇਹਾ ਦਿਓ ਵੀ ਸਾਡਾ ਸਮਾਂ ਆ ਗਿਆ, ਸਾਡੇ ਕੋਲ ਆ ਜਾਓ। ਤਾਂ ਜਥੇਦਾਰ ਜੀ ਨੇ ਉੱਤਰ ਦਿੱਤਾ, ਕਹਿੰਦੇ ਸੰਤ ਜੀ ਸ਼ਾਮ ਦਾ ਵਕਤ ਸੰਤਾਂ ਦਾ ਜਾਣ ਦਾ ਨਹੀਂ ਹੁੰਦਾ, ਤੁਸੀਂ ਅੰਮ੍ਰਿਤ ਵੇਲੇ ਜਾਇਓ। ਸੰਤ ਦਲੀਪ ਸਿੰਘ ਜੀ ਦੀ ਬੇਨਤੀ ਬਾਬੇ ਰਾਣੇ ਜਾ ਕੇ, ਜੋ ਕਿ ਨਾਲ ਹੀ ਅਸਥਾਨ ਸੀ ਬਿਲਕੁਲ ਨੇੜੇ, 2 ਖੇਤਾਂ ਦੀ ਵਾਟ ਸੀ ਮਸਾਂ, ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਉੱਥੇ ਸਮਾਧੀ 'ਚ ਬੈਠੇ, ਜਾ ਕੇ ਬੇਨਤੀ ਕੀਤੀ ਵੀ ਸੰਤ ਬਾਬਾ ਦਲੀਪ ਸਿੰਘ ਜੀ ਇੱਦਾਂ ਕਹਿੰਦੇ ਵੀ ਸਾਡਾ ਸਮਾਂ ਆ ਗਿਆ ਤੇ ਸਾਨੂੰ ਜਾ ਲੈਣ ਦਿਓ। ਤੇ ਉਸ ਵੇਲੇ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਉਹਨਾਂ ਨੂੰ ਕਹੋ ਫਿਕਰ ਨਾ ਕਰੋ, ਤੁਹਾਨੂੰ ਅੰਮ੍ਰਿਤ ਵੇਲੇ ਤੋਰਾਂਗੇ। ਹੁਣ ਅੰਮ੍ਰਿਤ ਵੇਲੇ ਤਕਰੀਬਨ 2 ਵਜੇ ਦਾ ਸਮਾਂ, ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਬਾਬਾ ਦਲੀਪ ਸਿੰਘ ਜੀਆਂ ਦੇ ਸਨਮੁਖ ਹੋ ਕੇ ਆ ਕੇ ਕੁਰਸੀ ਤੇ ਬੈਠ ਗਏ। ਜਦੋਂ ਸਾਹਮਣੇ ਆ ਕੇ ਬੈਠੇ ਤੇ ਬਾਬਾ ਦਲੀਪ ਸਿੰਘ ਜੀ ਜੋ ਕਿ ਵੈਦ ਸੀਗੇ, ਬਹੁਤ ਉਹਨਾਂ ਨੂੰ ਸੋਝੀ ਸੀ ਵੈਦਗੀ ਦੀ, ਉਹ ਆਪਣੇ ਹੱਥਾਂ ਦੇ ਨਾਲ ਆਪਣੀਆਂ ਨਬਜ਼ਾਂ ਆਪ ਹੀ ਚੈੱਕ ਕਰਨ ਲੱਗੇ ਹੋਏ। ਜਦ ਨਬਜ਼ਾਂ ਦੇਖਣ ਲੱਗੇ ਤੇ ਸੰਤ ਮਹਾਰਾਜ ਕਹਿੰਦੇ, ਸੰਤ ਦਲੀਪ ਸਿੰਘ ਜੀ ਹੁਣ ਨਬਜ਼ਾਂ ਵੱਲ ਨਾ ਧਿਆਨ ਦੇਵੋ, ਹੁਣ ਤਾਂ ਅਕਾਲ ਪੁਰਖ ਵੱਲ ਧਿਆਨ ਜੋੜ ਲਓ, ਗੁਰ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਓ। ਬਸ ਸੰਤਾਂ ਦਾ ਇਹ ਵਚਨ ਸੁਣ ਕੇ ਇੱਕਦਮ ਬਾਬਾ ਦਲੀਪ ਸਿੰਘ ਜੀ ਅੰਤਰਮੁਖ ਹੋ ਗਏ। ਸੰਤ ਜੀ ਮਹਾਰਾਜ ਵੀ ਸਾਹਮਣੇ ਸਮਾਧੀ ਲਾ ਕੇ ਬੈਠ ਗਏ। ਬਸ ਥੋੜੇ ਸਮੇਂ ਬਾਅਦ ਹੀ ਸੰਤਾਂ ਦੀ ਸਮਾਧੀ ਖੁੱਲੀ, ਅੰਮ੍ਰਿਤਮਈ ਰਸਨਾ ਤੋਂ ਅੰਮ੍ਰਿਤ ਭਰੇ ਬਚਨ ਨਿਕਲੇ। ਕਹਿੰਦੇ ਸੰਤ ਦਲੀਪ ਸਿੰਘ ਜੀ ਤੁਹਾਡੇ ਵਾਸਤੇ ਸੱਚਖੰਡ ਦੇ ਬੂਹੇ ਖੁੱਲ ਗਏ ਆ, ਹੁਣ ਆਪਣੇ ਨਿਜ ਧਾਮ ਦੇ ਵਿੱਚ ਸੱਚਖੰਡ ਦੇ ਵਿੱਚ ਵਿਰਾਜੋ ਜਾ ਕੇ। ਸੰਤ ਬਾਬਾ ਜਵਾਲਾ ਸਿੰਘ ਜੀ ਦੇ ਇਹ ਬਚਨ ਕਹਿਣ ਦੀ ਦੇਰ ਸੀ ਕਿ ਇੱਕ ਲੰਮਾ ਸਾਹ ਆਇਆ ਸੰਤ ਦਲੀਪ ਸਿੰਘ ਜੀ ਨੂੰ, ਤੇ ਸੰਤ ਦਲੀਪ ਸਿੰਘ ਜੀ 1949 ਸਨ ਦੇ ਵਿੱਚ 6 ਭਾਦਰੋਂ ਨੂੰ ਸੰਤ ਮਹਾਰਾਜ ਜੀ ਦੇ ਸਨਮੁਖ ਸਰੀਰ ਤਿਆਗ ਕੇ ਸੱਚਖੰਡ ਜਾ ਪਹੁੰਚੇ। ਇਹਨੂੰ ਕਹਿੰਦੇ ਜੀ ਜਾਂ ਕਾ ਕਹਿਆ ਦਰਗਾਹ ਚੱਲੇ, ਜਿਨ੍ਹਾਂ ਦੀ ਕਹੀ ਹੋਈ ਦਰਗਾਹ ਵਿੱਚ ਚੱਲਦੀ ਹੈ, ਜਿਨ੍ਹਾਂ ਦੇ ਮੁਖ ਦੇ ਨਿਕਲੇ ਹੋਏ ਬਚਨ ਵਾਹਿਗੁਰੂ ਵੀ ਮੰਨਦਾ ਹੈ। ਐਸੀ ਤਾਕਤ, ਐਸੀ ਸਮਰੱਥਾ, ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਲਵੇ, ਕੋਈ ਕਹਿ ਸਕਦਾ ਵੀ ਕਿਸੇ ਜਾਣ ਵਾਲੇ ਨੂੰ ਕੋਈ ਰੋਕ ਲਵੇ ਵੀ ਨਹੀਂ ਬਈ ਤੂੰ ਸ਼ਾਮ ਦੇ ਵਕਤ ਨਹੀਂ ਜਾਣਾ, ਸਵੇਰ ਨੂੰ ਭੇਜਾਂਗੇ ਤੈਨੂੰ। ਇਹ ਠੀਕ ਹੈ, ਅੱਜ ਦੇ ਪੜ੍ਹੇ ਲਿਖੇ ਲੋਕ ਜਾਂ ਅੱਜ ਦੀ ਤਰਕ ਬੁੱਧੀ ਵਾਲੇ ਲੋਕ ਇਹਨਾਂ ਗੱਲਾਂ ਨੂੰ ਸਮਝ ਕੇ ਕੋਈ ਰਾਜੀ ਨਹੀਂ ਹੈ, ਪਰ ਮਹਾਂਪੁਰਸ਼ਾਂ ਦੀ ਖੇਡ ਨਿਵੇਕਲੀ ਹੁੰਦੀ ਹੈ, ਉਹਨਾਂ ਦੀ ਕਹੀ ਹੋਈ ਦਰਗਾਹ ਵਿੱਚ ਵੀ ਚੱਲਦੀ ਹੈ। ਤੋ ਇਸ ਤਰ੍ਹਾਂ ਨਾਲ ਸੰਤ ਦਲੀਪ ਸਿੰਘ ਜੀ ਦਾ ਆਖਰੀ ਸਮਾਂ ਜਿਹੜਾ ਸੀ ਉਹ ਸੰਤਾਂ ਦੇ ਸਨਮੁਖ ਆਇਆ। ਹੁਣ
जिन्हां दे बाबत आप जी ने अगे भी बहुत साखियां सुनिया ने, जिन्हां दा जिक्र बहुत वारी इन्हां दिनां दे विच आया है। ब्रह्म ਗਿਆਨੀ संत बाबा ईशर सिंह जी महाराज हरखोवाल वाले। 1926 ਦਾ ਸਮਾਂ ਸੀ। संत जी महाराज जदों समाधि चों उठदे सी, बाबा ज्वाला सिंह जी बाबा ईशर सिंह जी नूं नमस्कार करन वास्ते आउंदे सी हर रोज़ उन्हां दी कुटिया दे विच। अज 1926 दे समय संत जी महाराज हमेशा की तरह बाबा ईशर सिंह जी नूं नमस्कार करन वास्ते आए। आके बड़े सत्कार नाल नमस्कार कीती, हाथ जोड़ के खड़े हो गए। बाबा ईशर सिंह जी बड़े प्यार विच अते बड़े जलाल विच आके कहण लगे, कहंदे रब जी अज जो मंगना साडे कोल मंग लै। संत बाबा ज्वाला सिंह जी कहण लगे, कहंदे अगे कोई कमी आ जेड़ा होर कुछ मंग लवां? तुसीं अगे कोई कमी नहीं छड्डी होई। बाबा जी ने दूजी बारी फिर उसे जलाल विच कहा, रब जी फिर दोबारा कहने अज जो इच्छा है सो मंग लै। संतां ने फिर वही कहता महाराज जी ने, कहंदे बाबा जी कोई कमी तो है नहीं, जे कोई कमी दिसदी होवे तां मैं मंगा भी आ चीज़ दे दिओ। हुण संत बाबा ईशर सिंह जी ने तीजी बारी फिर कह दिता, कहंदे रब जी तीसरा वचन आ, जो इच्छा होवे सो मंग लो। हुण संत महाराज एकदम सोचण लग पए भी अज गल की आ जिहड़ा बार बार यही गल कही जांदे आ, जो मर्जी मंग लो। महापुरखा ने नेत्र बंद कीते, अंतरात्मे अंतरजामता नाल की देखिया भी बाबा ईशर सिंह जी तो शरीर त्यागण की तैयारी करी बैठे आ, एवें नहीं पुछ रहे, वो तो सचखंड जाण की तैयारी करी बैठे। संत महाराज ने एकदम नेत्र खोले ते दोए हाथ जोड़ के कहा, जे फिर मैं मंगा ते देओगे? कहंदे मंगो की चाहिदा? कहंदे फिर 10 साल साडे कोल होर रहो, 10 साल तो पहला असीं जाण नहीं देना। बाबा जी कहंदे रब जी आ तां बहुत औखी चीज़ मंग लई, असीं तां तैयारी कीती हुई सी जाण दी। संतां ने कहा बाबा जी तुहाडे लई कोई औखी गल आ संसार विच रहना? आउणा जाना तुहाडा तां सुतंत्र है। वेखो साध संगत जी आपां शब्द पढ़दे हां, जन्म मरण दोहूं मैं नाही, साधु जन्म ते मौत विच नहीं। जन्म लेना साधु दी कोई मजबूरी नहीं। मौत महापुरख जदों चाहण संसार तो ओला कर सकते, जिन्ना चिर चाहण संसार ते रह सकते है। ये उन्हां दे अपने हत्थ विच है। बाणी तां आपां बहुत पढ़ते हैं, हज़ारां वारी ये शब्द पढ़िया होना, जन्म मरण दोहूं मैं नाही। ये रब दे प्यारे जन्म ते मौत दे विच नहीं हुंदे। हर के सेवक जो हर भाए तिन की कथा निरारी रे। कबीर साहब जी कहते सारे संसार की गल एक पासे है, पर जो संतां दी खेड है, संतां दी कथा सारे संसार तो वखरी है। संतां दी खेड सारे संसार तो निराली है। वो चाहण तां ऐ चुटकी मारदियां सार शरीर छड्ड देण, ते ना छड्डना चाहण ते जिन्ना चिर मर्जी रहण, उन्हां दी मर्जी है। कहंदे महाराज तुसीं तां बधे मुक्त हो, ते मौत तुहानूं की कर सकदी है? ते इस करके तुसी हुण जो वचन कीता सी असीं मंगिया है, ते साडी मंग पूरी करो, ते हुण 10 साल साडे कोल रहो। ते बाबा ईशर सिंह जी कहण लगे, अच्छा रब जी हुण 10 साल रहूँगा जरूर, पर हुण इस दानी बिरती विच नहीं रहना। 10 साल रहांगे, पर रहांगे मस्तानी बिरती विच। लोकी सानू शदाई कहणगे, पर रब जी किते तुसी ना अपने मूहों सानू शदाई कह बैठे हो। तुसी साडे नाल इहो जिहा प्यार रखियो, तुसी ना लोकां दे कहे विच आ जाओ किते। संत महाराज कहंदे जी जिहो जी भी अवस्था रखोगे सानू उहो जी परवान है, पर रहो साडे कोल।
बस वचन हो गया। उस दिन तो बाद बाबा जी ने अपनी बिरती मस्तानी कर ली। बड़े रूहानी कौतक कीते मस्तानी बिरती विच भी। बाबा जी जदों पहला शरीर तकड़ा सी उदों ज़्यादातर पलंगे परी बैठे रहंदे, शरीर भारा हो गया सी संतां दा। ते ज़्यादातर बाबा जोध सिंह जी की ड्यूटी हुंदी सी सेवा विच, ते बाबा जोध सिंह दे मोढे ते हथ रख के तुरिया करदे सी संत। बाबा ईश्वर सिंह जी महाराज शरीर भारा सी, पर हुण जदों तो वचन हो गया भई हुण 10 साल रहांगे मस्ताने बन के, हुण महापुरखां ने ऐसी खेड वरताई, शरीर हल्का कर लिया। हुण आप ही उठ खड़दे, तुरे फिरदे रहिंदे, कदे किसे दे घरे जा वड़दे, किसे सिंह दी दस्तार लभ्या होनी डेरे पई, वो अद्धी पाड़ के उहनूं दे देनी, अद्धी पाड़ के आप रख लेनी। सो बर्तन हाथ आ जाने किसे दे, वो भी बोरी च पा के चक के लै आउणे। भाव कि ऐसियां खेडां खेडणियां, ऐसे बिरतांत वरताउणे भी देखण वाले नूं समझ ही ना लगे भी ये गल की है। एक दिन महापुरख हरखोवाल पिंड दे विच जा वड़े। बाबा इंਦਰ ਸਿੰਘ उन्हां दे घर चले गए। इन्हां दे घर भाई संतोख सिंह दी जो भरजाई, जिन्होंने बीबी कोरो करके सददे सी, जीत कौर नाम सी इहदा, उन्हां दे घर चले गए। उन्हां दे घर चले गए, मक्खण दा कुज्जा कढ़िया, चुल्हे ते तवा रख लिया आप ही। बीबी घरे है नहीं सी, बजुर्ग सी उन्हां दा, घरे वो मंजे तो उठ नहीं सी सकदा। ते हुण चुल्हे ते तवा रख लिया, मक्की दे 2 प्रशादे पए सी छाबे विच बेहे। ते जोध सिंह नूं कहण लगे चुल्हे च अग बाल। चुल्हे च अग बाली, उत्ते तवा रखिया होया, उपर घ्यो पाई जांदे, मक्खण पाई जांदे है, ते ओह मक्की दे प्रशादे विच तली जांदे है। हुण आले दुआले गुआंढियां दीयां बीबियां भी आ गईयां इकट्ठियां होके, बीबी जीत कौर भी आ गई। बीबियां कहंदियां बाबा जी ये तां बेचारी गरीबणी है, ये तां घे बेच के गुजारा करदी है, महाराज इहदा नुकसान ना करो। तुसीं तां एडा कुज्जा घ्यो दा इहदा तवे ते पा पा के फूक दिता। संत महाराज बाबा ईश्वर सिंह जी कहण लगे, कहंदे मैं तां भाऊ इहदी गरीबी कढ रिहा, इहनूं अमीर बना रिहा। जिद्दां जिद्दां घे सड़ रहा, इहदी गरीबी सड़ रही आ। शरधा दे नाल नमस्कार कीती सब ने। महापुरखो मक्खण दे विच तलियां होईयां 2 रोटियां प्रशादे मक्की दे दुपट्टे ते लड़ बन के डेरे नूं आ गए। थोड़े दिनां बाद ऐसी खेड वापरी भी उस बीबी दा पुत्र किसी ने विदेश नूं लिजाण दा सारा खर्चा भी आप कीता, इंग्लैंड चलिया गया। दिनां दे विच ही उस परिवार दी गरीबी निकल गई। ये हुंदे हैं महापुरुषां दे वचन। तो बाबा जी दे ऐसे अनेकां ही वचन, ऐसियां अनेकां ही खेडां। बाबा जी दा पिंड सी बाबे बकाले दे नेड़े बताला, ते बाबा जी चले जाया करदे माझे वल भी। आजाद सीगे, जिवें उन्हां दा मन आउंदा सी, जिवें उन्हां दी मौज आउंदी सी। एक दिन बताले पिंड अपने गए, सरदार बेअंत सिंह महलां वाले ते होर बाबा जी दे प्रेमी भी कुछ बैठे सी, गुरुद्वारे दे विहड़े विच बैठे सी, कुछ हिसाब किताब कर रहे सी, कुछ कापियां वगैरह कोल रखियां होईयां सी। बाबा जी भी आ गए ढोले दीयां हेकां लाउंदे अपनी मस्ती विच। बाबा जी विहड़े विच आ गए, गुरुद्वारे दे किसे नूं बुलाया नहीं, किसे नाल गल नहीं कीती। दबा दब काले काले पैर पटते आए। ये जिहड़ियां कापियां किताबां कोल रखी बैठे सी, हिसाब करदे सी कोई, आउंदियां ही वो किताबां चक के खिलार दित्तियां। जादों किताबां कापियां चक के खिलार दित्तियां, बाबा जी की यह हरकत देखी सरदार नूं गुस्सा आ गया। सरदार बेअंत सिंह मायाधारी अत अन्ना बोला,
ਕੀ ਜਾਣੇ ਸੰਤਾਂ ਦੀ ਖੇਡ ਨੂੰ। ਤੇ ਉਹਦੇ ਭਾਅ ਦਾ ਤਾਂ ਉਹਨਾਂ ਦੇ ਪਿੰਡ ਦਾ ਇੱਕ ਸਧਾਰਨ ਈਸ਼ਰ ਸਿੰਘ ਹੀ ਸੀ ਨਾ, ਉਹ ਨਹੀਂ ਸੀ ਜਾਣਦਾ ਵੀ ਇਹਨਾਂ ਦੀ ਕਮਾਈ ਕੀ ਹੈ। ਮਾਇਆ ਦੇ ਹੰਕਾਰ ਦੇ ਵਿੱਚ ਸਰਦਾਰ ਨੂੰ ਗੁੱਸਾ ਆਇਆ, ਉੱਠ ਕੇ ਕ੍ਰੋਧ ਵਿੱਚ ਆ ਕੇ ਬਾਬਾ ਜੀ ਦੇ ਥੱਪੜ ਮਾਰਨ ਲੱਗਾ। ਕੋਲ ਖੜਾ ਭਾਈ ਹਰਸਾ ਸਿੰਘ, ਉਹਨੇ ਸਰਦਾਰ ਦੀ ਬਾਂਹ ਫੜ ਲਈ, ਕਹਿੰਦਾ ਦੇਖੀ ਸਰਦਾਰਾ ਥੱਪੜ ਨਾ ਮਾਰ ਦੇਈਂ ਸੰਤਾਂ ਦੇ ਕਿਤੇ। ਬਾਬਾ ਜੀ ਸਰਦਾਰ ਦੀ ਇਸ ਹਰਕਤ ਨੂੰ ਦੇਖ ਕੇ ਬਚਨ ਕਹਿ ਦਿੱਤਾ, ਕਹਿੰਦੇ ਸਰਦਾਰਾ ਅਸੀਂ ਤਾਂ ਤੇਰੀਆਂ ਜੜਾਂ ਪਤਾਲ ਵਿੱਚ ਲਾਉਣ ਆਏ ਸੀ, ਚੰਗਾ ਭਾਊ ਹੁਣ ਤੇਰੀਆਂ ਜੜਾਂ ਪੱਟੀਆਂ ਗਈਆਂ। ਹੁਣ ਉਸ ਪਿੰਡ ਦਾ ਸੀ ਇੱਕ ਮਈਆ ਕੁੱਬਾ, ਮਈਆ ਉਹਦਾ ਨਾਂ ਸੀ ਤੇ ਉਹਨੂੰ ਕੁੱਬਾ ਤਾਂ ਸੱਦਦੇ ਸੀ, ਉਹਦੇ ਕੁੱਬ ਪਿਆ ਹੋਇਆ ਸੀ। ਕਹਿੰਦੇ ਸਰਦਾਰਾ ਤੇਰੀਆਂ ਜੜਾਂ ਪੱਟੀਆਂ ਗਈਆਂ ਤੇ ਮਈਏ ਕੁੱਬੇ ਦੀਆਂ ਜੜਾਂ ਪਤਾਲ ਵਿੱਚ ਲਾ ਦਿੱਤੀਆਂ। ਇਹ ਕਹਿੰਦੇ ਕਹਿੰਦੇ ਢੋਲੇ ਗਾਉਂਦੇ ਫੇਰ ਬਾਹਰ ਨਿਕਲ ਗਏ। ਰੱਬ ਦੇ ਪਿਆਰੇ ਫਕਰ ਫਕੀਰ, ਪਰ ਸਮਾਂ ਆਇਆ, ਕਹਿੰਦੇ ਸਰਦਾਰ ਦਾ ਇੱਕੋ ਹੀ ਪੁੱਤ ਸੀ, ਉਹ ਵੀ ਚੜ੍ਹਾਈ ਕਰ ਗਿਆ, ਸਾਰੀ ਜਾਇਦਾਦ ਵੀ ਵਿਕ ਗਈ। ਤੇ ਉਹ ਜਿਹੜਾ ਮਈਆ ਸੀ ਸ਼ਕਲ ਤੋਂ ਵੀ ਹੀਣਾ ਸੀ, ਕੁੱਬ ਪਿਆ ਹੋਇਆ ਸੀ। ਹੁਣ ਕੁਦਰਤ ਨੇ ਮਹਾਂਪੁਰਸ਼ਾਂ ਦਾ ਬਚਨ ਸਤ ਕਰਨਾ ਸੀ। ਇੱਕ ਬੀਬੀ ਬਹੁਤ ਬਿਮਾਰ ਰਿਹਾ ਕਰੇ। ਬਾਬਾ ਮਨੀ ਸਿੰਘ ਜੀ ਵੈਦ ਰਾਜ ਇਸੇ ਪਿੰਡ ਦੇ ਦੱਖਣ ਦਿਸ਼ਾ ਦੇਵਪੁਰ ਦੇ ਵਿੱਚ ਡੇਰਾ ਬਣਾ ਕੇ ਰਹਿੰਦੇ ਸੀ। ਬਾਬਾ ਨੱਥਾ ਸਿੰਘ ਜੀ ਦੇ ਸ਼ਿਸ਼ ਸੀਗੇ, ਸੇਵਕ ਸੀਗੇ। ਉਹਨਾਂ ਕੋਲ ਇਲਾਜ ਵਾਸਤੇ ਆ ਗਈ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਤੰਦਰੁਸਤੀ ਮਿਲ ਗਈ। ਫਿਰ ਉਸ ਔਰਤ ਨੇ ਸੰਤਾਂ ਪਾਸ ਜਦੋਂ ਕੁਝ ਹੋਰ ਵੀ ਬੰਦੇ ਬੈਠੇ ਸੀ, ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਇਸ ਗਰੀਬਣੀ ਲਵਾਰਸ ਨੂੰ ਬਿਮਾਰੀ ਤੋਂ ਬਿਲਕੁਲ ਠੀਕ ਕੀਤਾ ਹੈ, ਇੱਕ ਮੇਰੇ ਤੇ ਹੋਰ ਕਿਰਪਾ ਕਰ ਦਿਓ, ਮੇਰਾ ਕੋਈ ਇਸ ਜਹਾਨ ਵਿੱਚ ਨਹੀਂ, ਮੇਰੀ ਰੋਟੀ ਦਾ ਕੋਈ ਸਹਾਰਾ ਬਣਾ ਦਿਓ। ਉਸ ਸਮੇਂ ਜੋ ਸੰਤਾਂ ਦੇ ਕੋਲ 4-5 ਸਰੀਰ ਬੈਠੇ ਸੀ, ਉਹਨਾਂ ਨੇ ਹਾਸੇ ਵਿੱਚ ਗੱਲ ਕਹਿਤੀ, ਕਹਿੰਦੇ ਸਾਡੇ ਨਗਰ ਦੇ ਵਿੱਚ ਤਾਂ ਇੱਕ ਮਈਆ ਕੁੱਬਾ, ਜੇ ਤੂੰ ਰੋਟੀ ਦਾ ਆਸਰਾ ਬਣਾਉਣਾ ਤਾਂ ਉਹਦੇ ਨਾਲ ਵਿਆਹ ਕਰਾ ਲੈ। ਮਹਾਂਪੁਰਸ਼ਾਂ ਦੇ ਸਾਹਮਣੇ ਬਚਨ ਹੋਇਆ। ਉਹ ਬੀਬੀ ਕਹਿਣ ਲੱਗੀ, ਮੈਨੂੰ ਕੋਈ ਦਿੱਕਤ ਨਹੀਂ, ਮੈਨੂੰ ਕੋਈ ਮੁਸ਼ਕਲ ਨਹੀਂ ਹੈ, ਮੈਂ ਤਿਆਰ ਹਾਂ। ਸੰਤਾਂ ਨੇ ਉਸੇ ਵੇਲੇ ਉਹਨੂੰ ਮਈਏ ਨੂੰ ਬੁਲਾ ਲਿਆ, ਦੋਵਾਂ ਦੇ ਆਨੰਦ ਕਾਰਜ ਕਰ ਦਿੱਤੇ। ਉਹਨਾਂ ਦੇ ਘਰ 4 ਪੁੱਤਰ ਪੈਦਾ ਹੋਏ। ਬਾਬਾ ਜੀ ਦੇ ਬਚਨ ਅਟੱਲ ਹੋ ਗਏ। ਅੱਜ ਵੱਡਾ ਪਰਿਵਾਰ, ਵੱਡਾ ਖਾਨਦਾਨ ਮਈਏ ਕੁੱਬੇ ਦਾ ਚੱਲ ਰਿਹਾ ਹੈ। ਉਹਦੀਆਂ ਜੜਾਂ ਪਤਾਲ ਵਿੱਚ ਲਾ ਦਿੱਤੀਆਂ ਤੇ ਸਰਦਾਰ ਦਾ ਅੱਜ ਨਾਮੋ ਨਿਸ਼ਾਨ ਵੀ ਨਹੀਂ ਹੈ। ਇੱਕ ਘਟਨਾ ਆਪ ਜੀ ਨੇ ਅਨੰਦਪੁਰ ਸਾਹਿਬ ਦੀ ਪਿਛਲੇ ਦਿਨਾਂ ਦੇ ਵਿੱਚ ਸੁਣੀ ਸੀ। ਹੋਲੇ ਮਹੱਲੇ ਤੇ ਗਏ ਹੋਏ ਸੀ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਵੀ, ਬਾਬਾ ਈਸ਼ਰ ਸਿੰਘ ਜੀ ਵੀ। ਉਥੇ ਕਿਸੇ ਜ਼ਿਮੀਂਦਾਰ ਦੇ ਮਹਾਂਪੁਰਖਾਂ ਨੇ ਜਾ ਕੇ ਗੰਢੇ ਪੱਟਣੇ ਸ਼ੁਰੂ ਕਰ ਦਿੱਤੇ। ਜ਼ਿਮੀਂਦਾਰ ਨੇ ਸੰਤਾਂ ਦੇ ਡਾਂਗਾਂ ਮਾਰੀਆਂ ਆ ਕੇ, ਸੰਤਾਂ ਦੇ ਮੱਥੇ ਵਿੱਚੋਂ ਖੂਨ ਵੀ ਨਿਕਲਣ ਲੱਗ ਪਿਆ ਸੀ। ਤੇ ਜਦ ਪਤਾ ਲੱਗਿਆ ਸੀ ਤੇ ਉਹ ਜ਼ਿਮੀਂਦਾਰ ਭੱਜ ਕੇ ਆਪਦੇ ਘਰੇ ਜਾ ਵੜਿਆ। ਸਿੰਘਾਂ ਨੇ ਬਾਬਾ ਜੀ ਨੂੰ ਲੈ ਕੇ ਆਂਦਾ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਜਦੋਂ ਦੇਖਿਆ ਉਹਨਾਂ ਨੇ ਤਾਂ ਬਾਬਾ ਈਸ਼ਰ ਸਿੰਘ ਜੀ ਉੱਚੀ ਉੱਚੀ ਕਹਿੰਦੇ ਦੇਖ ਰੱਬ ਜੀ, ਆ ਮੇਰੇ ਡਾਂਗਾਂ ਮਾਰੀਆਂ ਜ਼ਿਮੀਂਦਾਰ ਨੇ, ਮੈਨੂੰ ਕੁੱਟਿਆ ਇਹਨੇ। ਤਾਂ ਮਹਾਰਾਜ ਹੱਸ ਕੇ ਕਹਿਣ ਲੱਗੇ, ਬਾਬਾ ਜੀ ਫਿਰ ਤੁਸੀਂ ਇਹੋ ਜਿਹੇ ਕੰਮ ਨਾ ਕਰਿਆ ਕਰੋ। ਕਹਿੰਦੇ ਨਹੀਂ, ਅਸੀਂ ਕਰਾਂਗੇ ਜ਼ਰੂਰ, ਅੱਗੇ ਤੋਂ ਵੀ ਇਦਾਂ ਕਰਾਂਗੇ, ਤੁਸੀਂ ਉਸ ਜ਼ਿਮੀਂਦਾਰ ਨੂੰ ਸਜ਼ਾ ਦਿਓ। ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਤਾਂ ਜਾਣਦੇ ਸੀ ਜੀ, ਇਹਨਾਂ ਦੀ ਆਪਣੀ ਖੇਡ ਆ। ਕਹਿੰਦੇ ਅੱਛਾ ਚਲੋ ਦੱਸੋ ਫਿਰ ਉਹਨੂੰ ਕੀ ਸਜ਼ਾ ਦੇਈਏ, ਕੀ ਸਜ਼ਾ ਦੇਈਏ ਜੀ। ਕਹਿੰਦੇ ਉਹਨੇ ਗੰਢਿਆ ਕਰਕੇ ਸਾਨੂੰ ਕੁੱਟਿਆ, ਜਾਓ ਸਿੰਘਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਲੈ ਜਾਓ, ਜਿੰਨੇ ਗੰਢੇ ਆ ਸਾਰੇ ਪੱਟ ਕੇ ਲਿਆ ਕੇ ਲੰਗਰ 'ਚ ਪਾਓ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹੱਸ ਕੇ ਕਹਿੰਦੇ, ਦੇਖੋ ਕਹਿੰਦੇ ਸੰਤ
ਆ ਹੁੰਦੇ ਰੱਬ ਦੇ ਪਿਆਰੇ। ਜ਼ਿਮੀਂਦਾਰ ਨੇ ਸੰਤਾਂ ਨੂੰ ਕੁੱਟਿਆ ਤੇ ਸੰਤ ਫੇਰ ਵੀ ਉਹਦਾ ਭਲਾ ਹੀ ਕਰੀ ਜਾਂਦੇ ਆ, ਵੀ ਉਹਦੇ ਖੇਤ ਦੇ ਜਿਹੜੇ ਗੰਢੇ ਆ ਲੰਗਰ ਚ ਪਾ ਕੇ ਉਹਦਾ ਭਲਾ ਕਰਦਾ। ਸੰਤ ਬਾਬਾ ਜਵਾਲਾ ਸਿੰਘ ਜੀ ਨੇ ਜਾ ਕੇ ਸਾਰੇ ਗੰਢੇ ਪੱਟ ਕੇ ਲੈ ਆਂਦੇ, ਸਾਰੇ ਗੰਢੇ ਸੇਵਾਦਾਰਾਂ ਨੂੰ ਨਾਲ ਲਾ ਕੇ ਪਟਾ ਕੇ ਲੈ ਆਂਦੇ। ਜ਼ਿਮੀਂਦਾਰ ਨੂੰ ਪਤਾ ਲੱਗਿਆ, ਉਹ ਸੰਤਾਂ ਕੋਲ ਆ ਕੇ ਰੋਵੇ, ਕਹਿੰਦਾ ਮੇਰਾ ਨੁਕਸਾਨ ਬਹੁਤ ਹੋ ਗਿਆ ਮਹਾਰਾਜ, ਮੈਂ ਤਾਂ ਗਰੀਬ ਬੰਦਾ। ਤੇ ਸੰਤ ਮਾਰੇ ਕਹਿੰਦੇ ਕਿੰਨਾ ਕੁ ਨੁਕਸਾਨ ਹੋਇਆ ਤੇਰਾ? ਕਹਿੰਦਾ ਜੀ 15 ਰੁਪਏ ਦੇ ਗੰਢੇ ਹੋ ਜਾਣੇ ਸੀ। ਉਸ ਸਮੇਂ 15 ਰੁਪਏ ਵੀ ਬਹੁਤ ਵੱਡੀ ਰਕਮ ਸੀ ਸਾਧ ਸੰਗਤ ਜੀ। ਮਹਾਂਪੁਰਸ਼ਾਂ ਨੇ ਆਪਣੇ ਕੋਲੋਂ 15 ਰੁਪਏ ਦਿੱਤੇ। ਜ਼ਿਮੀਂਦਾਰ ਦਾ ਮਨ ਵੀ ਰੱਖ ਲਿਆ, ਮਹਾਂਪੁਰਖਾਂ ਦਾ ਵਚਨ ਵੀ ਮੰਨ ਲਿਆ। ਐਸੇ ਸਾਧੂ ਤੋਂ ਹੁਣ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦਾ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ, ਜਿਹੜੇ 10 ਸਾਲ ਕਹੇ ਹੋਏ ਸੀ ਮਹਾਰਾਜ ਜੀਆਂ ਨੇ, 10 ਸਾਲ ਮੰਗੇ ਸੀ ਸੰਤ ਮਹਾਰਾਜ ਨੇ, ਉਹ 10 ਸਾਲ ਪੂਰੇ ਹੋਣ ਲਈ 5 ਦਿਨ ਰਹਿ ਗਏ ਸਿਰਫ। ਦੁਸਹਿਰੇ ਦਾ ਨੇੜਾ ਆ ਗਿਆ। ਦੁਸਹਿਰੇ ਨੂੰ ਸੰਤ ਮਹਾਰਾਜ ਚਮਕੌਰ ਸਾਹਿਬ ਜਾਂਦੇ ਹੁੰਦੇ ਸੀ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉੱਥੇ ਲੰਗਰ ਲਾਉਂਦੇ ਹੁੰਦੇ ਸੀ, ਜਾ ਕੇ ਅਖੰਡ ਪਾਠ ਸਾਹਿਬ ਵੀ ਕਰਦੇ ਸੀ। ਤੇ ਉਸ ਵੇਲੇ ਮਹਾਰਾਜ ਜੀਆਂ ਨੇ ਜਦੋਂ ਚਮਕੌਰ ਸਾਹਿਬ ਜਾਣ ਦੀ ਤਿਆਰੀ ਕੀਤੀ ਤਾਂ ਬਾਬਾ ਈਸ਼ਰ ਸਿੰਘ ਕਹਿੰਦੇ ਕਿੱਥੇ ਚੱਲੇ ਤੁਸੀਂ? ਕਹਿੰਦੇ ਚਮਕੌਰ ਸਾਹਿਬ। ਕਹਿੰਦੇ ਰੱਬ ਜੀ ਤੁਹਾਨੂੰ ਚੇਤਾ ਨਹੀਂ ਵੀ ਮੇਰੇ 10 ਸਾਲ ਪੂਰੇ ਹੋਣ ਲੱਗੇ, ਦਿਨ 5 ਰਹਿ ਗਏ ਸਾਰੇ, ਮੈਂ ਚਲੇ ਜਾਣਾ। ਤੇ ਜੇ ਤੁਸੀਂ ਚਲੇ ਗਏ ਚਮਕੌਰ ਸਾਹਿਬ ਤਾਂ ਮੇਰਾ ਸੰਸਕਾਰ ਕੌਣ ਕਰੂਗਾ? ਵਾਹ ਵਾਹ। ਦੁਨੀਆ ਦੇ ਲੋਕ ਮੌਤ ਦਾ ਨਾਂ ਸੁਣ ਕੇ ਡਰਦੇ। ਧੰਨ ਸਾਧੂਆਂ ਦੀ ਅਚਰਜ ਕਥਾ ਹੈ, ਜਿਨ੍ਹਾਂ ਨੂੰ ਇੱਕ ਇੱਕ ਪਲ ਦਾ ਪਤਾ ਹੈ ਅਸੀਂ ਕਦੋਂ ਜਾਣਾ ਹੈ। ਮੌਤ ਨੂੰ ਆਪਣੀ ਮਰਜ਼ੀ ਨਾਲ ਰੋਕ ਸਕਦੇ ਆ ਐਸੇ ਸਾਧੂ। ਬਲਿਹਾਰ ਜਾਈਏ। ਕਹਿੰਦੇ ਸਾਡਾ ਸੰਸਕਾਰ ਕੌਣ ਕਰੂਗਾ ਜੇ ਤੁਸੀਂ ਚਮਕੌਰ ਸਾਹਿਬ ਚਲੇ ਗਏ? ਬਾਬਾ ਜੀ ਕਹਿੰਦੇ ਅਸੀਂ ਕਰਾਂਗੇ। ਕਹਿੰਦੇ ਤੁਹਾਨੂੰ ਵੀ ਨਾਲ ਹੀ ਲੈ ਕੇ ਜਾਣਾ ਚਮਕੌਰ ਸਾਹਿਬ। ਬਾਬਾ ਜੀ ਨੇ ਕਿਹਾ ਸਾਡਾ ਸੰਸਕਾਰ ਇੱਥੇ ਸੰਤਗੜ੍ਹ ਡੇਰੇ ਕਰਨਾ ਹੈ ਆ ਕੇ, ਉੱਧਰ ਨਹੀਂ ਕਰਨਾ ਕਿਤੇ ਵੀ। ਜਗ੍ਹਾ ਦੱਸ ਦਿੱਤੀ ਵੀ ਇੱਥੇ ਸੰਸਕਾਰ ਕਰਨਾ ਹੈ। ਸਾਧ ਸੰਗਤ ਜੀ ਫਿਰ ਚਮਕੌਰ ਸਾਹਿਬ ਗਏ। ਉੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਜਦੋਂ ਦੁਸਹਿਰੇ ਵਾਲਾ ਦਿਨ ਆਇਆ, ਭੋਗ ਵੇਲੇ ਦਾ ਸਮਾਂ ਹੋਇਆ, ਸਵੇਰੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੈ ਜੀ। ਅੰਮ੍ਰਿਤ ਵੇਲੇ ਦਾ ਹੀ ਅਜੇ ਸਮਾਂ ਹੈ। ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਆਪਣੇ ਹੱਥ ਦੇ ਵਿੱਚ ਉਹਨਾਂ ਨੇ ਪੱਖਾ ਫੜਿਆ ਹੋਇਆ ਸੀ ਤੇ ਉਹ ਪੱਖਾ ਹੌਲੀ ਹੌਲੀ ਹਿਲਾਈ ਜਾਂਦੇ ਸੀ। ਬਾਬਾ ਜੋਧ ਸਿੰਘ ਬਾਬਾ ਜੀ ਦੇ ਚਰਨਾਂ 'ਚ ਬੈਠਾ ਸੀ। ਇੱਕ ਮਾਈ ਬੈਠੀ ਸੀ ਚਰਨਾਂ ਦੇ ਵਿੱਚ, ਰੇਰੂ ਸਾਹਿਬ ਰਹਿਣ ਵਾਲੀ ਮਾਈ ਸੀ ਉਹ। ਤੇ ਬਾਬਾ ਜੀ ਏਦਾਂ ਪੱਖਾ ਹਿਲਾਉਂਦੇ ਹਿਲਾਉਂਦੇ ਇੱਕਦਮ ਉਹਨਾਂ ਦੇ ਹੱਥੋਂ ਪੱਖਾ ਡਿੱਗ ਪਿਆ। ਜਦ ਪੱਖਾ ਡਿੱਗਿਆ ਤਾਂ ਬਾਬਾ ਜੋਧ ਸਿੰਘ ਮਾਈ ਨੂੰ ਕਹਿਣ ਲੱਗੇ, ਮਾਤਾ ਭਲਾ ਸੰਤਾਂ ਦੇ ਹੱਥੋਂ ਪੱਖਾ ਡਿੱਗ ਪਿਆ, ਕਾਰਨ ਕੀ ਹੋਇਆ? ਮਾਈ ਬੜੀ ਸਿਆਣੀ ਸੀ, ਉਹ ਉੱਠ ਕੇ ਸੰਤਾਂ ਵੱਲ ਦੇਖਿਆ, ਵਿਚਾਰ ਕੀਤੀ। ਕਹਿੰਦੀ ਜੋਧ ਸਿੰਘ ਬਾਬਾ ਜੀ ਦਾ ਚੜ੍ਹਾਈ ਕਰ ਗਿਆ। ਇਹ ਸੁਣ ਕੇ ਇੱਕਦਮ ਬਾਬਾ ਜੋਧ ਸਿੰਘ ਸੰਤ ਬਾਬਾ ਜਵਾਲਾ ਸਿੰਘ ਜੀ, ਜੋ ਕਿ ਉਸ ਵੇਲੇ ਬੈਠੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ ਗੜੀ ਸਾਹਿਬ ਗੁਰਦੁਆਰੇ, ਤੇ ਆ ਕੇ ਬਾਬਾ ਜੀ ਦੇ ਕੋਲ ਕੰਨ ਦੇ ਵਿੱਚ ਦੱਸਿਆ। ਕਹਿੰਦੇ ਬਾਬਾ ਜੀ ਸੰਤ ਬਾਬਾ ਜੀ ਈਸ਼ਰ ਸਿੰਘ ਜੀ ਸਰੀਰ ਛੱਡ ਗਏ, ਚੜ੍ਹਾਈ ਕਰ ਗਏ, ਹੁਕਮ ਸੱਤ ਹੋ ਗਏ। ਮਹਾਂਪੁਰਖ ਕਹਿੰਦੇ ਪੁੱਤਰਾ ਕੋਈ ਗੱਲ ਨਹੀਂ, ਤੂੰ ਬਾਬਾ ਜੀ ਦੇ ਕੋਲ ਚਲਿਆ ਜਾ, ਸਾਡੇ ਆਉਣ ਤੱਕ ਜਪਜੀ ਸਾਹਿਬ ਦਾ ਪਾਠ ਕਰੀ ਜੇ, ਘਾਬਰਨ ਦੀ ਲੋੜ ਨਹੀਂ ਹੈ। ਸਾਨੂੰ ਪਤਾ ਮਹਾਂਪੁਰਸ਼ਾਂ ਨੇ ਅੱਜ ਚਲੇ ਜਾਣਾ ਸੀ, ਤਾਂ ਉੱਥੇ ਜਾ ਕੇ ਤੂੰ ਜਪਜੀ ਸਾਹਿਬ ਦਾ ਪਾਠ ਉਹਨਾਂ ਚਿਰ ਕਰੀ ਜਾਈਂ। ਮਹਾਂਪੁਰਸ਼ੋ ਆਪ ਜੀ ਕਦੋਂ ਆਉਂਗੇ? ਕਹਿੰਦੇ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਆਵਾਂਗੇ। ਅਖੰਡ ਪਾਠ ਸਾਹਿਬ ਦਾ ਭੋਗ ਪਿਆ, ਆਰਤੀ ਕੀਰਤਨ ਹੋਇਆ, ਅਰਦਾਸ ਹੋਈ। ਹੁਕਮਨਾਮੇ ਤੋਂ ਬਾਅਦ ਪ੍ਰਸ਼ਾਦ ਲੈ ਕੇ ਮਹਾਂਪੁਰਸ਼ ਉੱਥੋਂ ਤੁਰੇ। ਉਹਨਾਂ ਸਾਰੇ ਗੁਰਦੁਆਰਿਆਂ ਦਾ ਪ੍ਰਧਾਨ ਜੀ ਦਾ ਨਾਮ ਭਾਈ ਲੋਡਨ ਸਿੰਘ ਸੀ, ਉਹ ਵੀ ਆਇਆ। ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਚੜ੍ਹਾਈ ਕਰ ਗਏ, ਉਹਦਾ ਵੀ ਬੜਾ ਪ੍ਰੇਮ ਸੀ ਸੰਤਾਂ ਨਾਲ।
ਤੇ ਉਹ ਮਹਾਰਾਜ ਹਰਖਵਾਲੀਆਂ ਨੂੰ ਕਹਿਣ ਲੱਗਾ, ਕਹਿੰਦਾ ਮਹਾਂਪੁਰਸ਼ੋ ਮੇਰੀ ਬੇਨਤੀ ਆ ਵੀ ਇੱਥੇ ਸੰਸਕਾਰ ਕਰਦੇ, ਸ਼ਹੀਦਾਂ ਦੀ ਧਰਤੀ ਆ, ਸਾਰਾ ਖਰਚਾ ਮੈਂ ਕਰਾਂਗਾ, ਆਪਾਂ ਇੱਥੇ ਸੰਸਕਾਰ ਕਰੀਏ। ਤਾਂ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਕਹਿੰਦੇ, ਭਾਈ ਲੋਡਨ ਸਿਆਂ ਤੁਹਾਡਾ ਪ੍ਰੇਮ ਤੇ ਤੁਹਾਡੀ ਸੇਵਾ ਸਤਿਗੁਰੂ ਥਾਂ ਪਾਵੇ, ਪਰ ਅਸੀਂ ਮਜਬੂਰ ਹਾਂ। ਬਾਬਾ ਜੀ ਨੇ ਆਪਣੀ ਧਰਤੀ ਪਹਿਲਾਂ ਹੀ ਦੱਸ ਦਿੱਤੀ ਭਈ ਇਸ ਥਾਂ ਤੇ ਸਾਡਾ ਸੰਸਕਾਰ ਕਰਿਓ। ਅਸੀਂ ਬਾਬਾ ਜੀ ਦਾ ਬਚਨ ਮੰਨ ਕੇ ਉਸੇ ਧਰਤੀ ਪਰ ਜਾ ਕੇ ਬਾਬਾ ਜੀ ਦਾ ਸੰਸਕਾਰ ਕਰਨਾ। ਫਿਰ ਮਹਾਂਪੁਰਸ਼ਾਂ ਦਾ ਪਵਿੱਤਰ ਸਰੀਰ ਹਰਖਵਾਲ ਸਾਹਿਬ ਲੈ ਕੇ ਆਂਦਾ ਡੇਰੇ ਸੰਤਗੜ੍ਹ, ਜਿੱਥੇ ਅੱਜ ਦਰਬਾਰ ਦੇ ਮੂਹਰੇ ਨਿਸ਼ਾਨ ਸਾਹਿਬ ਹੈ, ਉੱਥੇ ਮਹਾਂਪੁਰਸ਼ਾਂ ਦਾ ਸੰਸਕਾਰ ਹੋਇਆ ਸੀ। ਬਾਬਾ ਈਸ਼ਰ ਸਿੰਘ ਜੀ ਦਾ ਉਹ ਥਾਂ ਮਹਾਂਪੁਰਸ਼ ਆਪਣੇ ਸਰੀਰ ਵਿੱਚ ਰਹਿੰਦਿਆਂ ਦੱਸ ਕੇ ਗਏ ਸੀ ਵੀ ਸਾਡਾ ਸੰਸਕਾਰ ਇੱਥੇ ਕਰਿਓ। ਉੱਥੇ ਸੰਸਕਾਰ ਕੀਤਾ ਗਿਆ ਤੇ ਬਾਬਾ ਜੀ ਦੇ ਸੰਸਕਾਰ ਤੋਂ ਬਾਅਦ ਸਮੇਂ ਅਨੁਸਾਰ ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਉੱਥੇ ਨਿਸ਼ਾਨ ਸਾਹਿਬ ਲਵਾ ਦਿੱਤਾ ਤੇ ਸਦਾ ਵਾਸਤੇ ਬਾਬਾ ਜੀ ਦੇ ਉਸ ਅੰਗੀਠੇ ਨੂੰ ਪੂਜਨੀਕ ਬਣਾ ਦਿੱਤਾ। ਅੱਜ ਜਿਹੜਾ ਵੀ ਹਰਖਵਾਲ ਸਾਹਿਬ ਜਾਂਦਾ ਹੈ, ਉਸ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦਾ ਹੈ। ਪਹਿਲਾਂ ਉਹ ਨਿਸ਼ਾਨ ਸਾਹਿਬ ਬਾਬਾ ਈਸ਼ਰ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਵਿੱਚ, ਤੇ ਜਿੰਨੀਆਂ ਵੀ ਅਰਦਾਸਾਂ ਹੁੰਦੀਆਂ, ਬੇਨਤੀਆਂ ਹੁੰਦੀਆਂ ਨੇ, ਜ਼ਿਆਦਾਤਰ ਸੰਗਤਾਂ ਦਾ ਇਹ ਵਿਸ਼ਵਾਸ, ਇਹ ਯਕੀਨ ਹੈ ਬਾਬਾ ਈਸ਼ਰ ਸਿੰਘ ਜੀ ਅੱਜ ਵੀ ਹਾਜ਼ਰ ਨਾਜ਼ਰ ਉਹ ਅਰਦਾਸਾਂ ਸੁਣਦੇ, ਬੇਨਤੀਆਂ ਸੁਣਦੇ ਹੈ, ਤੇ ਉੱਥੇ ਨਿਸ਼ਾਨ ਸਾਹਿਬ ਤੇ ਹੀ ਅਰਦਾਸ ਕੀਤੀ ਜਾਂਦੀ ਹੈ। ਕੋਈ ਕੰਮ ਅੜਿਆ ਹੋਵੇ ਕਿਸੇ ਦਾ, ਸਾਰਾ ਇਲਾਕਾ ਇਸ ਗੱਲ ਨੂੰ ਜਾਣਦਾ ਹੈ ਵੀ ਨਿਸ਼ਾਨ ਸਾਹਿਬ ਤੇ ਜਾ ਕੇ ਅਰਦਾਸ ਹੁੰਦੀ ਹੈ ਹਰਖਵਾਲ ਸਾਹਿਬ। ਐਸੇ ਸਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਆਓ ਸਾਧ ਸੰਗੀਤ ਨੀ ਹਾਜ਼ਰੀ ਸਮਾਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਓ ਜੀ। ਗਰੀਬ ਨਵਾਜ ਸਭ ਦੀਆਂ ਹਾਜ਼ਰੀਆਂ ਦਰਗਾਹੇ ਪ੍ਰਵਾਨ ਕਰਨ। ਬੜੀ ਚੜ੍ਹਦੀ ਕਲਾ ਦੇ ਨਾਲ ਆਪ ਜੀ ਸਾਰੇ ਮਹਾਂਪੁਰਸ਼ਾਂ ਦਾ ਜੀਵਨ ਸੁਣ ਰਹੇ ਹੋ। ਥੋੜੇ ਦਿਨ ਹੋਰ ਆਪਾਂ ਨੂੰ ਇਹ ਸਮਾਂ ਮਹਾਰਾਜ ਬਖਸ਼ਣਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਇਸ ਬਖਸ਼ਿਆ ਹੋਇਆ ਜੋ ਉਦਮ ਹੈ, ਇਸ ਤੋਂ ਆਪਾਂ ਲਾਹਾ ਪ੍ਰਾਪਤ ਕਰੀਏ। ਗਰੀਬ ਨਵਾਜ ਇਸੇ ਤਰ੍ਹਾਂ ਆਪਾਂ ਸਾਰਿਆਂ ਤੇ ਮਿਹਰਾਂ ਵਰਤਾਉਣ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ। ਦੋਵੇਂ ਹੱਥ ਜੋੜ ਕੇ ਸੁਰਤੀ ਕਰਕੇ ਸਤਿਪੁਰਸ਼ਾਂ ਦੇ ਚਰਨਾਂ ਤੇ ਸੀਸ ਰੱਖ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।